ਇੱਕ ਮੈਂ ਰਿਸਰਚ ਆਰਟੀਕਲ ਪੜ੍ਹ ਰਿਹਾ ਸੀ, ਉਹਨਾਂ ਨੇ ਦੱਸਿਆ ਵੀ ਜਿਹੜਾ ਓਵਰ ਯੂਜ਼ ਆਫ ਆਇਓਡੀਨ ਹੈ, ਟੂ ਮੱਚ ਆਇਓਡੀਨ, ਇਹ ਵੀ ਇਹਦੇ ਲਈ ਰਿਸਪੌਂਸੀਬਲ ਹੈ ਵੀ ਥਾਇਰਾਇਡ ਦੇ ਫੰਕਸ਼ਨ ਨੂੰ ਘਟਾ ਦਿੰਦਾ। ਜਿਹੜੇ ਕੋਵਿਡ ਦੇ ਵੈਕਸੀਨ ਤੋਂ ਬਾਅਦ ਬਹੁਤ ਸਾਰੇ ਆਟੋ ਇਮਿਊਨ ਡਿਜ਼ੀਜ਼ ਦੇ ਪੇਸ਼ੈਂਟਸ ਆਉਣੇ ਸ਼ੁਰੂ ਹੋ ਗਏ ਨੇ। ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ਸ ਅਲੱਗ-ਅਲੱਗ, ਈਵਨ ਵੈਕਸੀਨ ਤੋਂ ਬਾਅਦ ਕਈ ਲੋਕਾਂ ਨੂੰ ਫੁਲਵੈਰੀ ਤੱਕ ਵੀ ਹੋਈ ਹੈ। ਉਹਨੇ ਕਹਿੰਦੇ ਵੀ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀਗੀ ਜੀ, ਪਰ ਮੈਂ ਆਪਣਾ ਲਾਈਫ ਸਟਾਈਲ ਬਦਲਿਆ, ਆਪਣੀ ਡਾਈਟ ਬਦਲੀ, ਉਹਦੇ ਨਾਲ ਠੀਕ ਹੋ ਗਿਆ। ਜੀ ਇਹ ਕੀ ਹੋਏਗਾ? ਲਾਈਫ ਸਟਾਈਲ ਤੇ ਡਾਈਟ ਕੀ? ਡਾਕਟਰ ਤਾਂ ਕਹਿੰਦੇ ਸਾਰੀ ਉਮਰ ਗੋਲੀ ਖਾਣੀ ਹੈ, ਕਹਿੰਦੇ ਮੈਂ ਠੀਕ ਕਰ ਲਿਆ। ਇਹ 475 ਗ੍ਰਾਮ ਪਾਊਡਰ ਬਣ ਜਾਂਦਾ। ਅੱਛਾ। ਇਹਦਾ 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ ਲਗਾਤਾਰ ਖਾਣ ਨਾਲ ਬਹੁਤ ਸਾਰੇ ਪੇਸ਼ੈਂਟਸ ਨੇ ਸਾਨੂੰ ਫੀਡਬੈਕ ਦਿੱਤਾ ਜੀ ਸਾਡੀ ਜਿਹੜੀ ਥਾਇਰੋਕਸਿਨ ਦੀ ਗੋਲੀ ਸੀਗੀ, ਉਹ ਕਈਆਂ ਦੀ ਤਾਂ 200 ਮਾਈਕਰੋ ਮਿਲੀਗ੍ਰਾਮ ਦੀ ਗੋਲੀ ਸੀ, ਉਹ ਘਟ ਕੇ ਕਹਿੰਦੇ ਜੀ ਹੁਣ 25 ਦੀ ਅਸੀਂ ਲੈਂਦੇ ਹਾਂ। ਕਈ ਵਾਰ ਬੰਦਿਆਂ ਦਾ ਆਪਣੇ ਆਪ ਜਾਂ ਕੋਈ ਚੀਜ਼ਾਂ ਜਿਵੇਂ ਘਰੇਲੂ ਚੀਜ਼ਾਂ ਖਾਣ ਤੋਂ ਬਾਅਦ ਉਹਨਾਂ ਦਾ ਥਾਇਰਾਇਡ ਗਲੈਂਡ ਨੋਰਮਲ ਹੋ ਜਾਂਦਾ ਹੈ, ਯਾਨੀ ਆਪਣੀ ਥਾਇਰੋਕਸਿਨ ਨੈਚੁਰਲ ਬਣਾਉਂਦਾ ਹੈ। ਉੱਪਰੋਂ ਉਹ ਸਿੰਥੈਟਿਕ ਵੀ ਲੈ ਰਹੇ ਹੁੰਦੇ ਨੇ, ਉਹਦੇ ਨਾਲ ਫਿਰ ਉਹਨਾਂ ਦੇ ਅੰਦਰ ਹਾਈਪਰ ਥਾਇਰਾਇਡ ਦੇ ਸਿੰਪਟਮ ਆਣੇ ਸ਼ੁਰੂ ਹੋ ਜਾਂਦੇ ਨੇ। ਅੱਛਾ, ਮਤਲਬ ਤੁਸੀਂ ਗੋਲੀ ਵੀ ਲਈ ਜਾ ਰਹੇ ਹੋ, ਹਾਂ, ਤੁਹਾਡਾ ਸਿਸਟਮ ਆਪਣੇ ਆਪ ਠੀਕ ਵੀ ਹੋ ਗਿਆ। ਹਾਂ, ਇਹ ਦੇਖਿਆ ਗਿਆ, ਦੱਸਦੇ ਨੇ ਜਿਹੜੇ ਹੈਲਥ ਨਾਲ ਜੁੜੇ ਹੋਏ ਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਹੈਲਥ ਦੀ ਕੰਡੀਸ਼ਨ ਹੈ ਜਿਹੜੀ ਥਾਇਰਾਇਡ ਨਾਲ ਸੰਬੰਧਿਤ ਪ੍ਰੋਬਲਮਸ ਨੇ, ਇਹ ਕਾਫੀ ਜ਼ਿਆਦਾ ਵੱਧ ਰਹੀਆਂ ਨੇ। ਇਹਦੇ ਕਾਰਨ ਕੀ ਨੇ, ਕੀ ਇਹਨਾਂ ਦੀ ਜੜ ਕਿੱਥੇ ਹੈ ਅਤੇ ਕਿਵੇਂ ਇਹਨਾਂ ਨਾਲ ਡੀਲ ਕਰਨਾ, ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਅਸੀਂ ਬੇਨਤੀ ਕੀਤੀ ਹੈ ਹਰੀਸ਼ ਵਰਮਾ ਜੀ ਨੂੰ, ਵੈਦ ਨੇ, ਔਰ ਬੜਾ ਲੰਬਾ ਸਮਾਂ ਇਹਨਾਂ ਨੇ ਇੰਡੀਆ 'ਚ ਆਯੁਰਵੇਦਾ ਅਤੇ ਜਿਹੜੀਆਂ ਬਾਕੀ ਹੈਲਥ ਸਾਇੰਸਿਸ ਨੇ ਉਹਨਾਂ ਨੂੰ ਸਟੱਡੀ ਕੀਤਾ, ਅਤੇ ਬਹੁਤ ਸਾਰੇ ਲੈਕਚਰ, ਪੇਪਰਸ ਇਹਨਾਂ ਟੋਪਿਕਸ 'ਤੇ ਲਿਖੇ ਨੇ। ਅਤੇ ਇਹ ਜਿਹੜੀ ਹੈਲਥ ਕੰਡੀਸ਼ਨ ਹੈ ਇਹਦੇ ਕੀ ਕਾਰਨ ਹੋ ਸਕਦੇ ਨੇ ਕਿ ਦੁਨੀਆ ਭਰ 'ਚ ਇਹ ਵੱਧ ਰਹੀ ਹੈ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਵਰਮਾ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਥੈਂਕ ਯੂ ਸ਼ਮੀਲ ਜੀ, ਔਰ ਰੈਡ ਐਫਐਮ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਗੱਲ ਵੈਸੇ ਸੱਚ ਹੈ ਕਿ ਸਾਰੀ ਦੁਨੀਆ 'ਚ ਇਹ ਜਿਹੜੀ ਹੈਲਥ ਦਾ ਇਹ ਇਸ਼ੂ ਹੈ ਥਾਇਰਾਇਡ ਵਾਲਾ, ਜੀ, ਇਹ ਸਾਰੇ ਪਾਸੇ ਹੀ ਵੱਧ ਰਹੀ ਹੈ ਪ੍ਰੋਬਲਮ। ਜੀ, ਐਕਚੁਅਲੀ ਥੋੜ੍ਹਾ ਜਿਹਾ ਮੈਂ ਕਲੀਅਰ ਕਰਨਾ ਚਾਹੁੰਦਾ, ਜਿਹੜਾ ਥਾਇਰਾਇਡ ਇਹ ਸਾਡੇ ਗਲੈਂਡ ਹੁੰਦਾ ਹੈ ਗਲੇ ਦੇ ਅਗਲੇ ਹਿੱਸੇ 'ਚ। ਹਾਂਜੀ। ਇਹਦੀਆਂ ਆਮ ਤੌਰ 'ਤੇ 4 ਤਰ੍ਹਾਂ ਦੀਆਂ ਪ੍ਰੋਬਲਮਸ ਕਾਮਨ ਨੇ। 2 ਤਾਂ ਹੈਗੀਆਂ ਥਾਇਰਾਇਡ ਦੇ ਫੰਕਸ਼ਨ ਨਾਲ ਰਿਲੇਟਡ, ਔਰ 2 ਹੈ ਇਹਦੀ ਸ਼ੇਪ ਨਾਲ ਰਿਲੇਟਡ। ਸੋ ਜਿਹੜੀਆਂ ਤਾਂ ਸ਼ੇਪ ਨਾਲ ਰਿਲੇਟਡ ਹੈ, ਉਹਦੇ 'ਚ ਇੱਕ ਤਾਂ ਇਹਦਾ ਸਾਈਜ਼ ਵੱਧ ਜਾਂਦਾ ਥਾਇਰਾਇਡ ਦਾ, ਜਿਹੜਾ ਕਿ ਅੱਜ ਕੱਲ੍ਹ ਘਟ ਗਿਆ ਬਹੁਤ। ਪਹਿਲਾਂ ਅੱਜ ਤੋਂ ਕੋਈ 30-35 ਸਾਲ ਪਹਿਲਾਂ ਇਹ ਬਿਮਾਰੀ ਬੜੀ ਕਾਮਨ ਹੁੰਦੀ ਸੀ। ਇਹਨੂੰ ਅਸੀਂ ਗੋਇਟਰ ਕਹਿੰਦੇ ਹਾਂ। ਗੋਇਟਰ 'ਚ ਹੁੰਦਾ ਕੀ ਹੈ ਕਿ ਥਾਇਰਾਇਡ ਗਲੈਂਡ ਦਾ ਸਾਈਜ਼ ਵੱਧ ਜਾਂਦਾ ਹੈ। ਇਹ ਉਦੋਂ ਦੀ ਰਿਸਰਚ ਤੋਂ ਪਤਾ ਲੱਗਿਆ ਸੀ ਵੀ ਆਇਓਡੀਨ ਦੀ ਘਾਟ ਕਰਕੇ ਹੁੰਦਾ ਹੈ। ਫਿਰ ਬਹੁਤ ਸਾਰੇ ਕੰਪਨੀਆਂ ਨੇ ਨਮਕ ਦੇ ਵਿੱਚ ਹੀ ਆਇਓਡੀਨ ਮਿਲਾਉਣਾ ਸ਼ੁਰੂ ਕਰਤਾ, ਔਰ ਆਇਓਡਾਈਜ਼ ਨਮਕ ਆਪਣੇ ਮਾਰਕੀਟ 'ਚ ਮਿਲਦਾ ਹੈ, ਔਰ ਉਹਦੇ ਨਾਲ ਇਹ ਜਿਹੜੀ ਗੋਇਟਰ ਦੀ ਸਮੱਸਿਆ ਸੀ ਕਾਫੀ ਹੱਦ ਤੱਕ ਸੋਲਵ ਹੋ ਗਈ ਸੀ। ਦੂਜੀ ਹੁੰਦਾ ਹੈ ਜਿਹੜੇ ਸ਼ੇਪ ਨਾਲ ਰਿਲੇਟਡ, ਕਿ ਇਹਦੇ 'ਚ ਕੋਈ ਨਾ ਕੋਈ ਟਿਊਮਰ ਡਿਵੈਲਪ ਕਰ ਜਾਂਦਾ ਹੈ, ਚਾਹੇ ਉਹ ਬਿਨਾਈਨ ਟਿਊਮਰ ਹੋਵੇ ਜਾਂ ਮੈਲਿਗਨੈਂਟ ਜਾਂ ਕੈਂਸਰਸ ਟਿਊਮਰ ਹੋਵੇ ਜਾਂ ਨੋਡਿਊਲਸ ਹੋ ਜਾਣ, ਉਹ ਸ਼ੇਪ ਰਿਲੇਟਡ ਪ੍ਰੋਬਲਮ ਹੋ ਗਈ। ਔਰ ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਜਿਹੜੀ ਅੱਜ ਕੱਲ੍ਹ ਬੜੀ ਸਮੱਸਿਆ ਵੱਧ ਰਹੀ ਹੈ, ਉਹ ਥਾਇਰਾਇਡ ਦੇ ਫੰਕਸ਼ਨ ਨਾਲ ਰਿਲੇਟਡ ਹੈ। ਫੰਕਸ਼ਨ ਇਹਦਾ 2 ਕਿਸਮ ਦਾ ਹੈ। ਐਕਚੁਅਲੀ ਇਹ ਥਾਇਰਾਇਡ ਗਲੈਂਡ 2 ਤਰ੍ਹਾਂ ਦੇ ਹਾਰਮੋਨਸ ਬਣਾਉਂਦਾ, T3, T4। ਇਹ ਜਿਹੜੇ ਹਾਰਮੋਨਸ ਹੁੰਦੇ ਨੇ ਜਦੋਂ ਘੱਟ ਬਣਦੇ ਨੇ ਤਾਂ ਵੀ ਸਮੱਸਿਆ ਹੈ, ਜੇ ਹਾਰਮੋਨ ਜ਼ਿਆਦਾ ਬਣਨ ਲੱਗ ਜਾਵੇ ਤਾਂ ਵੀ ਸਮੱਸਿਆ ਹੈ। ਜਦੋਂ ਹਾਰਮੋਨ ਇਹ ਘੱਟ ਬਣਦੇ ਨੇ ਤਾਂ ਅਸੀਂ ਉਹਨੂੰ ਅੰਡਰ ਐਕਟਿਵ ਥਾਇਰਾਇਡ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਹਾਈਪੋਥਾਇਰਾਇਡ ਕਹਿੰਦੇ ਹਾਂ। ਜਿਹੜੀ ਤੁਸੀਂ ਗੱਲ ਦੱਸੀ ਹੈ ਵੀ ਬਹੁਤ ਜ਼ਿਆਦਾ ਸਮੱਸਿਆ ਵੱਧ ਰਹੀ ਹੈ, ਉਹ ਆਹ ਬਿਮਾਰੀ ਹੈ ਹਾਈਪੋਥਾਇਰਾਇਡ, ਜਿਹਨੂੰ ਅਸੀਂ ਅੰਡਰ ਐਕਟਿਵ ਥਾਇਰਾਇਡ ਕਹਿੰਦੇ ਹਾਂ। ਇਹ ਬੜੀ ਕਾਮਨ ਵੱਧ ਰਹੀ ਹੈ। ਬੇਸਿਕਲੀ ਮਤਲਬ ਜਿਹੜੀ ਆਮ ਬੰਦੇ ਦੀ ਭਾਸ਼ਾ 'ਚ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਵੀਕ ਥਾਇਰਾਇਡ ਹੈ, ਹਾਂਜੀ, ਇਹ ਬਹੁਤ ਕਾਮਨ ਪ੍ਰੋਬਲਮ, ਬਹੁਤ ਕਾਮਨ ਬੱਚਿਆਂ 'ਚ ਵੀ ਦੇਖਣ ਨੂੰ ਮਿਲਦਾ। ਓਕੇ, ਅਤੇ ਇਹਦੇ ਵੀਕ ਹੋਣ ਦਾ ਕੀ ਕਾਰਨ ਹੈ? ਕਾਰਨ ਇਹਦੇ ਬਹੁਤ ਸਾਰੇ, ਹਜੇ ਤੱਕ ਕੋਈ ਸਪੈਸੀਫਿਕ ਕਾਰਨ ਤਾਂ ਨਹੀਂ ਪਤਾ ਲੱਗਿਆ, ਲੇਕਿਨ ਇੱਕ ਤਾਂ ਇਹਨੂੰ ਆਟੋ ਇਮਿਊਨ ਡਿਜ਼ੀਜ਼ ਮੰਨਿਆ ਜਾ ਰਿਹਾ ਹੈ। ਇਹ ਆਪਣੇ ਜਿਹੜੇ ਹੁਣ ਦੇ ਮੈਡੀਕਲ ਸਾਇੰਟਿਸਟ ਨੇ ਉਹ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹੀ ਇਹਨੂੰ ਡੈਮੇਜ ਕਰਨ ਲੱਗ ਜਾਂਦਾ ਹੈ। ਦੂਸਰਾ, ਇਹ ਇਨਹੈਰੀਟਿਡ ਵੀ ਹੁੰਦਾ ਹੈ, ਜੇ ਮਾਂ ਬਾਪ ਨੂੰ ਅੱਗੇ ਬੱਚਿਆਂ 'ਚ ਆ ਜਾਂਦਾ ਹੈ।
ਫਿਰ ਕੁਝ ਮੈਡੀਸਨਸ ਨੇ ਜਿਨ੍ਹਾਂ ਦੀ ਵਰਤੋਂ ਨਾਲ ਇਹ ਜਿਹੜੀ ਥਾਇਰਾਇਡ ਦੀ ਪ੍ਰੋਬਲਮ ਹੈ ਉਹਦੇ ਸਾਈਡ ਇਫੈਕਟਸ ਹੁੰਦੇ ਨੇ। Okay. ਸਟੀਰੋਇਡਸ ਨੇ ਜਾਂ ਜਿਹੜੀਆਂ ਪਿਲਸ ਨੇ, ਜਿਹੜੀਆਂ ਕੰਟਰਾਸੈਪਟਿਵ ਪਿਲਸ ਹੁੰਦੀਆਂ ਨੇ ਲੇਡੀਜ਼ ਇਸਤੇਮਾਲ ਕਰਦੀਆਂ, ਉਹਨਾਂ ਨਾਲ ਇਹ ਕਾਮਨਲੀ ਇਹ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ। ਜਾਂ ਜਿਹੜੀ ਰੇਡੀਏਸ਼ਨ ਥੈਰੇਪੀ ਜਿਨ੍ਹਾਂ ਨੂੰ ਹੁੰਦੀ ਹੈ ਕੈਂਸਰ ਤੋਂ ਬਾਅਦ, ਉਹ ਵੀ ਉਹਨਾਂ 'ਚ ਵੀ ਬੜੀ ਕਾਮਨ ਹੈ। ਔਰ ਕਈ ਫੂਡ ਵੀ ਇਹਨੂੰ ਇਨਫਲੂਐਂਸ ਕਰਦੇ ਨੇ। ਫੂਡ ਬਾਰੇ ਇੱਕ ਰਿਸਰਚ ਸੀਗੀ ਪਿੱਛੇ ਕਿ ਸੋਇਆਬੀਨ ਦੇ ਪ੍ਰੋਡਕਟ ਜਿਹੜੇ ਨੇ, ਸੋਇਆ ਪ੍ਰੋਡਕਟਸ, ਚਾਹੇ ਉਹ ਟੋਫੂ ਹੈ ਚਾਹੇ ਸੋਇਆ ਮਿਲਕ ਹੈ, ਇਹ ਵੀ ਥਾਇਰਾਇਡ ਦੇ ਫੰਕਸ਼ਨ ਨੂੰ ਇਨਫਲੂਐਂਸ ਕਰਦਾ। ਸੋ ਕਈ ਹਜੇ ਕਾਰਨ ਨੇ, ਪਰ ਇਹਨਾਂ 'ਚ ਆਟੋ ਇਮਿਊਨ ਨੂੰ ਕਾਫੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਵੀ ਜਿਹੜੇ ਸਾਡਾ ਇਮਿਊਨ ਸਿਸਟਮ ਹੈ ਇਹ ਕਈ ਵਾਰ ਐਰੈਟਿਕ ਹੋ ਜਾਂਦਾ ਹੈ। ਸਾਡੀ ਬੋਡੀ ਬਲੱਡ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਐਂਟੀਬਾਡੀਜ਼ ਬਣਨ ਲੱਗ ਜਾਂਦੀਆਂ ਜਿਹੜੀਆਂ ਕਿ ਥਾਇਰਾਇਡ ਦੇ ਸੈਲਸ ਨੂੰ ਜਾ ਕੇ ਡੈਮੇਜ ਕਰਦੀਆਂ ਔਰ ਉਹਦੇ ਫੰਕਸ਼ਨਸ ਨੂੰ ਰਿਡਿਊਸ ਕਰ ਦਿੰਦੀਆਂ। ਪਰ ਜਿਵੇਂ ਤੁਸੀਂ ਕਿਹਾ ਕਿ ਇਹ ਸਾਰੀ ਦੁਨੀਆ 'ਚ ਜਿਵੇਂ ਹੋ ਰਿਹਾ ਆਟੋ ਇਮਿਊਨ ਡਿਜ਼ੀਜ਼ ਹੈ ਜੀ, ਵੱਧ ਰਿਹਾ ਪਹਿਲਾਂ ਨਾਲੋਂ, ਦੈਟ ਮੀਨਸ ਕੋਈ ਨਾ ਕੋਈ ਦਾ ਕਨੈਕਸ਼ਨ ਲਾਈਫ ਸਟਾਈਲ ਨਾਲ ਹੋਏਗਾ। ਲਾਈਫ ਸਟਾਈਲ ਨਾਲ ਵੀ ਹੈ। ਹਜੇ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਤੇ ਬੜੀ ਥੋਰੋ ਰਿਸਰਚ ਹੋਣੀ ਚਾਹੀਦੀ ਹੈ ਪਬਲਿਕ ਹੈਲਥ ਪੁਆਇੰਟ ਆਫ ਵਿਊ ਨਾਲ। ਇੱਕ ਮੈਂ ਰਿਸਰਚ ਆਰਟੀਕਲ ਪੜ੍ਹ ਰਿਹਾ ਸੀ, ਉਹਨਾਂ ਨੇ ਦੱਸਿਆ ਵੀ ਜਿਹੜਾ ਓਵਰ ਯੂਜ਼ ਆਫ ਆਇਓਡੀਨ ਹੈ, ਟੂ ਮੱਚ ਆਇਓਡੀਨ, ਇਹ ਵੀ ਇਹਦੇ ਲਈ ਰਿਸਪੌਂਸੀਬਲ ਹੈ ਵੀ ਥਾਇਰਾਇਡ ਦੇ ਫੰਕਸ਼ਨ ਨੂੰ ਘਟਾ ਦਿੰਦਾ। ਸੋ ਇਸ ਕਰਕੇ, ਕਿਉਂਕਿ ਉਹਨਾਂ ਨੇ ਉਦੋਂ ਉਸ ਜ਼ਮਾਨੇ 'ਚ ਤਾਂ ਆਇਓਡੀਨ ਨੂੰ ਮਿਕਸ ਕਰਤਾ ਨਮਕ ਦੇ ਵਿੱਚ, ਲੇਕਿਨ ਹੁਣ ਅਸੀਂ ਬਿਨਾਂ ਜ਼ਰੂਰਤ ਤੋਂ ਕਈ ਵਾਰ ਆਇਓਡੀਨ ਲਈ ਜਾਂਦੇ ਹਾਂ, ਜਿਹੜਾ ਅਸੀਂ ਆਇਓਡਾਈਜ਼ਡ ਨਮਕ ਲੈਂਦੇ ਹਾਂ। ਸੋ ਇਹਦੇ 'ਤੇ ਰਿਸਰਚ ਹੋਣੀ ਚਾਹੀਦੀ ਹੈ, ਇਹ ਪਤਾ ਲਗਾਉਣਾ ਚਾਹੀਦਾ ਕਿਤੇ ਇਹ ਤਾਂ ਨਹੀਂ ਰਿਸਪੌਂਸੀਬਲ। ਹਜੇ ਬਹੁਤ ਸਾਰੀਆਂ ਚੀਜ਼ਾਂ ਨੂੰ ਤਾਂ ਕਈ ਵਾਰ ਲੋਕ ਪਤਾ ਨਹੀਂ ਹੁਣ ਇਹ ਕਿੰਨੀਆਂ ਸਹੀ ਨੇ ਕਿ ਜਿਹੜਾ ਪਾਣੀ ਅਸੀਂ ਯੂਜ਼ ਕਰ ਰਹੇ ਹਾਂ ਸ਼ਾਇਦ ਉਹਦੇ 'ਚ ਵੀ ਕਈ ਕੁਛ ਹੈ, ਉਹਦੇ ਨਾਲ ਕੋਈ ਲੋਕ ਇਸ ਤਰ੍ਹਾਂ ਵੀ ਕਹਿੰਦੇ ਨੇ। ਜੀ ਸਟ੍ਰੈਸ ਨੂੰ ਬਹੁਤ ਬੜਾ ਕਾਰਨ ਮੰਨਿਆ ਜਾ ਰਿਹਾ ਕਿ ਜਿਹੜੀ ਸਾਡਾ ਇਮਿਊਨ ਸਿਸਟਮ ਹੈ ਉਹਦੇ ਨਾਲ ਜਿਹੜੀ ਸਟ੍ਰੈਸ ਹੈ ਉਹ ਵੱਧਦੀ ਹੈ। ਹੁਣ ਅੱਜ ਕੱਲ੍ਹ ਸਾਡੇ ਕੋਲ ਆਫ ਲੇਟ ਜਿਹੜੇ ਕੋਵਿਡ ਦੇ ਵੈਕਸੀਨ ਤੋਂ ਬਾਅਦ ਬਹੁਤ ਸਾਰੇ ਆਟੋ ਇਮਿਊਨ ਡਿਜ਼ੀਜ਼ ਦੇ ਪੇਸ਼ੈਂਟਸ ਆਉਣੇ ਸ਼ੁਰੂ ਹੋ ਗਏ ਨੇ। ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ਸ ਅਲੱਗ-ਅਲੱਗ, ਈਵਨ ਵੈਕਸੀਨ ਤੋਂ ਬਾਅਦ ਕਈ ਲੋਕਾਂ ਨੂੰ ਫੁਲਵੈਰੀ ਤੱਕ ਵੀ ਹੋਈ ਹੈ। ਅੱਛਾ, ਕਿਤੇ ਨਾ ਕਿਤੇ ਇਹ ਹੈ ਕਿ ਉਹ ਵੀ ਸਾਰਿਆਂ ਨੂੰ ਨੇ ਨਾ ਸਾਰੀਆਂ ਚੀਜ਼ਾਂ ਸੂਟ ਕਰਦੀਆਂ, ਕਿਤੇ ਨਾ ਕਿਤੇ ਉਹ ਰਿਐਕਸ਼ਨ ਵੀ ਹੋਏ ਹੋਣਗੇ। ਬਿਲਕੁਲ ਉਹਦੇ ਨਾਲ ਆਟੋ ਇਮਿਊਨ ਜਿਹੜੇ ਡਿਜ਼ੀਜ਼ ਸੀ ਉਹ ਵੱਧ ਗਏ ਨੇ। ਅਲਸਰੇਟਿਵ ਕੋਲਾਈਟਿਸ ਦੇ ਬਹੁਤ ਸਾਰੇ ਨਵੇਂ ਪੇਸ਼ੈਂਟ ਐਡ ਹੋ ਗਏ ਨੇ। ਜਿਹੜੇ ਰੋਮੇਟਾਇਡ ਆਰਥਰਾਈਟਿਸ ਜਿਨ੍ਹਾਂ ਨੂੰ ਸੀਗਾ, ਜੋੜਾਂ 'ਚ ਦਰਦ ਸੀਗੇ, ਉਹ ਵੱਧ ਗਏ ਨੇ। ਸੋ ਵੈਕਸੀਨ ਹਜੇ ਇਹ ਸਭ ਚੀਜ਼ਾਂ 'ਤੇ ਰਿਸਰਚ ਜਾਰੀ ਹੈ, ਸਟੱਡੀ ਹੋਏਗੀ ਜਦੋਂ ਹੁਣ ਕਈ ਚੀਜ਼ਾਂ ਕਈ ਸਾਲਾਂ ਬਾਅਦ ਪਤਾ ਲੱਗਦੀਆਂ। ਜੀ ਬਿਲਕੁਲ, ਕਿਉਂਕਿ ਜਿੰਨੀ ਕਿ ਵੀ ਅਸੀਂ ਲਾਈਫ ਨਾਲ ਛੇੜਛਾੜ ਕੀਤੀ, ਜਿੰਨਾ ਕਿ ਇਨਸਾਨ ਖਪਤੀ ਹੋਇਆ ਜੀ, ਉਹ ਆਪਣੇ ਵੱਲੋਂ ਇੱਕ ਚੀਜ਼ ਠੀਕ ਕਰਦਾ, ਪਰ ਉਹ ਇਹ ਨਹੀਂ ਪਤਾ ਲੱਗਦਾ ਕਿ ਨਾਲ ਕੋਈ ਖਰਾਬ ਵੀ ਕਰ ਲੈਂਦਾ। ਬਿਲਕੁਲ ਵਰਮਾ ਜੀ, ਆਪਾਂ ਟੌਪਿਕ ਨੂੰ ਦੂਜੇ ਪਾਸੇ ਤਾਂ ਨਹੀਂ ਲਿਜਾਣਾ ਚਾਹੁੰਦੇ, ਪਰ ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਕਿ ਜਿਹੜੀ ਵੈਕਸੀਨ ਹੈ ਉਹਦੇ ਵੀ ਕੁਝ ਸਾਈਡ ਇਫੈਕਟ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਤੇ ਸ਼ਮਸ ਨੇ ਕਹਿੰਦੇ ਫੁਲਵੈਰੀ ਦੀ ਮੈਨੂੰ ਵੀ ਹੋ ਗਈ 2020 ਤੋਂ ਬਾਅਦ ਜੀ। ਤੇ ਕਈ ਦੋਸਤ ਕਹਿੰਦੇ ਨੇ ਕਿ ਸਾਨੂੰ ਥੋੜਾ ਜਿਹਾ ਧੁੰਦਲਾ ਜਿਹਾ ਮਹਿਸੂਸ ਹੁੰਦਾ ਰਹਿੰਦਾ ਮਾਨਸਿਕ ਤੌਰ ਤੇ ਜੀ। ਇਹਨਾਂ ਤਾਂ ਕੋਈ ਇਦਾਂ ਦੀ ਇਹ ਜਿਹੜੇ ਇਸ਼ੂਜ਼ ਨੇ ਵਧੇ ਨੇ ਪਿਛਲੇ ਟਾਈਮ 'ਚ ਜੀ। ਕੋਵਿਡ ਦੇ ਵਿੱਚ ਜਿਹੜੀ ਇਹ ਬ੍ਰੇਨ ਫੌਗੀਨੈਸ ਜਿਹੜੀ ਹੈ ਉਹ ਕਾਫੀ ਵਧੀ ਹੈ ਔਰ ਇਹਦਾ ਸਿੰਪਟਮ ਵੀ ਸੀ। ਔਰ ਈਵਨ ਵੈਕਸੀਨ ਤੋਂ ਬਾਅਦ ਵੀ ਕਾਫੀ ਲੋਕਾਂ ਨੇ ਕੰਪਲੇਂਟ ਕੀਤੀ ਹੈ ਕਿ ਸਾਡਾ ਜਿਹੜਾ ਬ੍ਰੇਨ ਹੈ ਬੜਾ ਫੌਗੀ ਜਿਹਾ ਹੋ ਗਿਆ। ਭਾਵ ਉਹ ਕਹਿੰਦੇ ਅਸੀਂ ਹੁਣ ਓਨੇ ਸ਼ਾਰਪ ਨਹੀਂ ਹੈ, ਓਨੇ ਸਤਰਕ ਨਹੀਂ ਰਹਿੰਦੇ ਜਿਵੇਂ ਪਹਿਲਾਂ ਸੀ। ਮਤਲਬ ਫੌਗੀਨੈਸ ਵੱਧ ਗਈ ਹੈ। ਕੋਵਿਡ ਨੇ ਬਹੁਤ ਸਾਰੇ ਸਿੰਪਟਮ ਪੈਦਾ ਕੀਤੇ ਨੇ ਔਰ ਇਹ ਕਾਫੀ ਕੁਝ ਕੋਵਿਡ ਦਾ ਅਸਰ ਹੋਊਗਾ, ਕੁਝ ਫਿਰ ਅੱਗੇ ਵੈਕਸੀਨ ਦਾ, ਬਾਕੀ ਅਲੱਗ ਦੀ ਹਰ ਕਿਸੇ ਦੀ ਆਪੋ ਆਪਣੀ ਬਾਡੀ ਹੈ, ਕਿਸੇ ਨੂੰ ਕਿਵੇਂ ਇਫੈਕਟ ਹੋਇਆ, ਕਿਸੇ ਨੂੰ ਕਿਵੇਂ ਹੋਇਆ। ਬਿਲਕੁਲ ਔਰ ਇਹ ਸਾਰਿਆਂ ਨੂੰ ਫਿਰ ਉੱਪਰੋਂ ਇਹਦੇ ਤੜਕਾ ਲੱਗ ਗਿਆ ਮੈਂਟਲ ਸਟ੍ਰੈਸ ਦਾ। ਹਾਂਜੀ ਚਲੋ ਖੈਰ, ਆਪਾਂ ਵਾਪਸ ਆਉਂਦੇ ਹਾਂ ਜਿਹੜੀ ਆਪਾਂ ਜਿਸ ਟੌਪਿਕ ਦੀ ਗੱਲ ਕਰ ਰਹੇ ਹਾਂ ਕਿ ਜਿਹੜੀ ਥਾਇਰਾਇਡ ਦੀ ਪ੍ਰੋਬਲਮ ਹੈ। ਤੁਸੀਂ ਦੱਸਿਆ ਕਿ ਲਾਈਫ ਸਟਾਈਲ ਵੀ ਇਹਦੇ ਲਈ ਰਿਸਪੌਂਸਿਬਲ ਹੈ। ਵੈਸੇ ਉਂਝ ਜਿਹੜਾ ਥਾਇਰਾਇਡ ਦੀ ਜਦੋਂ ਹਾਈਪੋਥਾਇਰਾਇਡ ਦੇ ਸਿੰਪਟਮ ਨੂੰ ਵੀ ਲੈ ਕੇ ਵੀ ਦੇਖੋ ਕੋਈ ਇੱਕ ਰਾਏ ਨਹੀਂ ਹੈ ਮੈਂ ਦੇਖਿਆ ਜੀ। ਜਿਹੜੇ ਸਿੰਪਟਮ ਹੁੰਦੇ ਨੇ ਤੇ ਵੇਗ ਸਿੰਪਟਮ ਹੁੰਦੇ ਹੈ, ਮਤਲਬ ਅਲੱਗ-ਅਲੱਗ ਸਿਸਟਮ ਦੇ ਸਿੰਪਟਮਸ ਆਉਂਦੇ ਨੇ। ਮੈਂ ਇੱਥੇ ਤੁਹਾਨੂੰ ਥੋੜ੍ਹਾ ਕਲੀਅਰ ਕਰਦਾ, ਜਿਹੜਾ ਥਾਇਰਾਇਡ ਗਲੈਂਡ ਹੈ ਇਹਦੇ 'ਚ ਜਿਹੜਾ ਹਾਰਮੋਨ ਬਣਦੇ ਨੇ, ਮੈਂ ਜ਼ਿਕਰ ਕੀਤਾ ਜਿਹੜਾ T3 T4 ਹਾਰਮੋਨ ਬਣਦੇ ਨੇ ਜਿਹੜੇ,
ਇਹ ਹਾਰਮੋਨ ਸਾਡੀ ਬਾਡੀ ਨੂੰ, ਸਾਡੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੇ ਆ। ਮੈਟਾਬੋਲਿਜ਼ਮ ਦਾ ਭਾਵ ਇਹ ਹੁੰਦਾ ਕਿ ਜਦੋਂ ਸਾਡਾ ਫੂਡ ਡਾਈਜੈਸਟ ਹੋ ਕੇ ਸਾਡੇ ਬਲੱਡ ਤੱਕ ਪਹੁੰਚ ਜਾਂਦਾ ਹੈ ਉਹਦਾ ਜੂਸ ਬਣ ਕੇ, ਉਹ ਤੋਂ ਬਾਅਦ ਫੂਡ ਐਨਰਜੀ 'ਚ ਕਨਵਰਟ ਹੁੰਦਾ, ਉਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਆ। ਸੋ ਇਹ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ। ਔਰ ਜੇ ਥਾਇਰੋਕਸਿਨ ਜਾਂ T3 T4 ਸਾਡੇ ਬਾਡੀ 'ਚ ਘੱਟ ਬਣ ਰਿਹਾ ਹੈ, ਸਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ। ਸੋ ਪਹਿਲਾ ਲੱਛਣ ਪੇਸ਼ੈਂਟ ਦੇ ਵਿੱਚ ਇਹ ਆਉਂਦਾ, ਉਹ ਕਹਿੰਦੇ ਸਾਡੀ ਬਾਡੀ ਦੀ ਸਪੀਡ ਘੱਟ ਗਈ ਹੈ, ਸਾਡੀ ਬਾਡੀ ਸਲੋ ਹੋ ਗਈ ਆ, ਹਰ ਚੀਜ਼ ਉਹਨਾਂ ਦੀ ਸਲੋ ਹੋ ਜਾਂਦੀ ਹੈ, ਈਵਨ ਡਾਈਜੈਸ਼ਨ ਸਲੋ ਹੋ ਜਾਂਦੀ ਹੈ, ਥਿੰਕਿੰਗ ਪਾਵਰ ਸਲੋ ਹੋ ਜਾਂਦੀ ਹੈ, ਥੱਕੇ ਥੱਕੇ ਰਹਿੰਦੇ ਨੇ ਪੇਸ਼ੈਂਟ, ਥਕਾਵਟ ਬਹੁਤ ਹੁੰਦੀ ਹੈ, ਥੋੜ੍ਹਾ ਜਿਹਾ ਕੰਮ ਕਰ ਲਿਆ ਜਦ ਹੀ ਬੈੱਡ 'ਤੇ ਜਾਣਾ ਪੈਂਦਾ, ਜਦ ਹੀ ਬੈਠ ਜਾਂਦੇ ਨੇ, ਥੋੜ੍ਹਾ ਕੰਮ ਕਰ ਲਿਆ ਜਦ ਹੀ ਉਹਨਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਮੇਜਰ ਸਿੰਪਟਮ ਹੁੰਦਾ। ਔਰ ਥਕਾਵਟ ਤੋਂ ਬਾਅਦ ਫਿਰ ਜਦੋਂ ਐਕਸਰਸਾਈਜ਼ ਨਹੀਂ ਹੁੰਦੀ, ਭਾਰ ਵਧਣਾ ਸ਼ੁਰੂ ਹੋ ਜਾਂਦਾ, ਇਹ ਦੂਜਾ ਸਿੰਪਟਮ ਹੁੰਦਾ। ਔਰ ਜਦੋਂ ਪੇਸ਼ੈਂਟ ਸਵੇਰੇ ਉੱਠਦੇ ਨੇ, ਉਹਨਾਂ ਦੇ ਬਾਡੀ ਦੇ ਉੱਤੇ ਜਿਵੇਂ ਸੋਜ ਆ ਜਾਂਦੀ ਹੈ, ਚਿਹਰੇ 'ਤੇ ਸੋਜ ਆ ਜਾਂਦੀ ਹੈ, ਹੱਥ ਪੈਰ ਸੁੱਜ ਜਾਂਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਇੱਕ ਫੀਲਿੰਗ ਹੁੰਦੀ ਹੈ। ਔਰ ਜਿਵੇਂ ਮੈਂ ਦੱਸਿਆ, ਡਾਈਜੈਸ਼ਨ ਸਲੋ ਹੋ ਜਾਂਦੀ ਹੈ। ਜਦੋਂ ਡਾਈਜੈਸ਼ਨ ਸਲੋ ਹੁੰਦੀ ਹੈ, ਕੌਨਸਟੀਪੇਸ਼ਨ ਬੜੀ ਕਾਮਨ ਰਹਿਣ ਲੱਗ ਜਾਂਦੀ ਹੈ ਪੇਸ਼ੈਂਟਸ ਨੂੰ। ਫਿਰ ਇਹਦਾ ਬਾਲਾਂ ਦੇ ਉੱਤੇ ਅਸਰ ਹੁੰਦਾ ਹੈ, ਹਾਈਪੋਥਾਇਰਾਇਡ ਦਾ। ਬਾਲ ਪਤਲੇ ਹੋ ਜਾਂਦੇ ਨੇ ਔਰ ਬਾਲ ਟੁੱਟਣ ਲੱਗ ਜਾਂਦੇ ਨੇ। ਔਰ ਜਿਨ੍ਹਾਂ ਪੇਸ਼ੈਂਟਸ ਨੂੰ ਹਾਈਪੋਥਾਇਰਾਇਡ ਹੁੰਦਾ ਹੈ, ਅਸੀਂ ਇਹ ਵੀ ਦੇਖਿਆ ਉਹਨਾਂ ਦੀ ਮੈਮਰੀ 'ਤੇ ਵੀ ਇਫੈਕਟ ਆਉਂਦਾ। ਮੈਮਰੀ ਸਲੋ ਹੋ ਜਾਂਦੀ ਹੈ, ਭੁੱਲਣ ਲੱਗ ਜਾਂਦੇ ਨੇ। ਬਹੁਤ ਸਾਰੇ ਪੇਸ਼ੈਂਟਸ ਕਹਿੰਦੇ ਨੇ, ਖਾਸ ਕਰਕੇ ਲੇਡੀਜ਼ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ, 4:1 ਦੀ ਰੇਸ਼ੋ ਹੁੰਦੀ ਹੈ। ਔਰ ਉਹਨਾਂ 'ਚ ਇਹ ਜ਼ਿਆਦਾ ਹੁੰਦਾ ਜੀ, ਅਸੀਂ ਕਿਚਨ 'ਚ ਜਾਂਦੇ, ਸਾਨੂੰ ਪਤਾ ਹੀ ਨਹੀਂ ਅਸੀਂ ਕਾਹਦੇ ਲਈ ਇੱਥੇ ਆਏ, ਇਸ ਤਰ੍ਹਾਂ ਦੀਆਂ ਕੰਪਲੇਂਟਸ, ਇੰਨੀ ਜ਼ਿਆਦਾ ਅਸਰ ਹੁੰਦਾ। ਔਰ ਇਸ ਤੋਂ ਇਲਾਵਾ ਐਂਗਜ਼ਾਈਟੀ ਰਹਿਣ ਲੱਗ ਜਾਂਦੀ ਹੈ, ਡਿਪਰੈਸ਼ਨ ਰਹਿਣ ਲੱਗ ਜਾਂਦਾ ਹੈ। ਫੀਮੇਲਸ ਦੇ ਵਿੱਚ ਮੈਂਸਟਰਲ ਪ੍ਰੋਬਲਮਸ ਆ ਜਾਂਦੀਆਂ, ਇਰੈਗੂਲਰ ਪੀਰੀਅਡਸ ਹੋ ਜਾਂਦੇ ਨੇ। ਔਰ ਜਿੰਨੇ ਤੁਸੀਂ ਸਿੰਪਟਮ ਦੱਸੇ ਆ ਜੀ, ਇਹ ਸਿੰਪਟਮ ਤਾਂ ਹੋਰ ਵਜ੍ਹਾ ਕਰਕੇ ਵੀ ਹੋ ਸਕਦੇ, ਜ਼ਰੂਰੀ? ਹਾਂਜੀ, ਬਿਲਕੁਲ ਜ਼ਰੂਰੀ ਨਹੀਂ ਵੀ ਥਾਇਰਾਇਡ ਕਰਕੇ ਹੋਣ। ਬਿਲਕੁਲ। ਔਰ ਜਦੋਂ ਪੇਸ਼ੈਂਟਸ ਇਸ ਤਰ੍ਹਾਂ ਦੇ ਵੇਗ ਸਿੰਪਟਮ ਲੈ ਕੇ ਮੈਡੀਕਲ ਡਾਕਟਰ ਕੋਲ ਜਾਂਦੇ ਨੇ, ਆਪਣੇ ਫੈਮਿਲੀ ਡਾਕਟਰ ਕੋਲ, ਆਮ ਤੌਰ 'ਤੇ ਡਾਕਟਰ ਉਹਨਾਂ ਦਾ T3 T4 TSH ਬਲੱਡ ਦੇ ਟੈਸਟ ਨੇ, ਇਹ ਟੈਸਟ ਕਰਵਾਉਂਦੇ ਨੇ। ਉਹ TSH ਜੇ ਜ਼ਿਆਦਾ ਹੁੰਦਾ, ਉੱਥੋਂ ਫਿਰ ਡਾਕਟਰ ਪਕੜ ਲੈਂਦੇ ਨੇ ਜੀ ਇਹ ਤੁਹਾਨੂੰ ਹਾਈਪੋਥਾਇਰਾਇਡ ਦੀ ਬਿਮਾਰੀ ਹੈ। ਉਹ ਫਿਰ ਉਹਨਾਂ ਕੋਲ ਇਲਾਜ ਇੱਕੋ ਹੀ ਹੈ, ਉਹ ਜਿਹੜੀ ਥਾਇਰੋਕਸਿਨ ਨਹੀਂ ਬਣ ਰਹੀ, ਉਹਨਾਂ ਨੇ ਥਾਇਰੋਕਸਿਨ ਦੀ ਬਣੀ ਹੋਈ ਗੋਲੀ ਬਾਜ਼ਾਰ 'ਚ ਦੇ ਦੇਣੀ, ਉਹਨਾਂ ਨੂੰ ਦੇ ਦੇਣੀ ਆ, ਉਹ ਖਾਈ ਚੱਲੋ ਸਾਰੀ ਉਮਰ। ਹਾਂਜੀ। ਮੋਨਾ ਸੇਖੋਂ ਇਹ ਪੁੱਛ ਰਹੇ ਨੇ, ਆਪਾਂ ਇਹਦੇ ਬਾਰੇ ਗੱਲ ਕਰਨੀ ਸੀ ਕਿ ਜਿਹੜੇ ਆਟੋ ਇਮਿਊਨ ਡਿਜ਼ੀਜ਼ ਅਸਲ 'ਚ ਹੁੰਦੀ ਕੀ ਹੈ? ਦੇਖੋ, ਆਟੋ ਇਮਿਊਨ ਡਿਜ਼ੀਜ਼ ਦਾ ਭਾਵ ਇਹ ਹੁੰਦਾ ਹੈ ਜਦੋਂ ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਇਮਿਊਨ ਸਿਸਟਮ ਦਾ ਮਤਲਬ ਜਿਹੜੇ ਸਾਡੇ ਬਲੱਡ ਦੇ ਵਿੱਚ ਵਾਈਟ ਸੈਲਸ ਨੇ, ਇਹ ਸਾਡੀ ਪ੍ਰੋਟੈਕਸ਼ਨ ਕਰਦੇ ਨੇ। ਇਹ 24 ਆਵਰ ਘੁੰਮਦੇ ਰਹਿੰਦੇ ਨੇ, ਮਤਲਬ ਸਰਕੂਲੇਟ ਕਰਦੇ ਰਹਿੰਦੇ ਨੇ ਬਲੱਡ 'ਚ, ਜਿਹੜੇ ਸਾਡੇ ਹਰ ਸੈੱਲ ਨੂੰ ਜਾ ਕੇ ਵਾਚ ਕਰਦੇ ਨੇ ਕਿ ਉੱਥੇ ਕੋਈ ਬੈਕਟੀਰੀਆ, ਵਾਇਰਸ, ਫੰਗਸ ਤਾਂ ਨਹੀਂ ਆ ਗਈ। ਜੇ ਕੋਈ ਬਾਹਰੋਂ ਚੀਜ਼, ਬੈਕਟੀਰੀਆ, ਵਾਇਰਸ, ਫੰਗਸ ਆ ਜਾਵੇ ਬਾਡੀ 'ਚ, ਤਾਂ ਇਹ ਸੈਲਸ ਉਹ ਬੈਕਟੀਰੀਆ ਨੂੰ ਮਾਰ ਦਿੰਦੇ ਨੇ, ਸਾਡੀ ਪ੍ਰੋਟੈਕਸ਼ਨ ਕਰਦੇ ਨੇ। ਇਹਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਜਾਂ ਇਮਿਊਨਿਟੀ ਕਹਿੰਦੇ ਹਾਂ। ਲੇਕਿਨ ਜੇ ਇਹ ਵਾਈਟ ਸੈਲ ਸਾਡੀ ਬਾਡੀ ਨੂੰ ਕਿਲ ਕਰਨ ਲੱਗ ਜਾਣ, ਉਸ ਪ੍ਰੋਸੈਸ ਨੂੰ ਅਸੀਂ ਆਟੋ ਇਮਿਊਨ ਕਹਿੰਦੇ ਹਾਂ, ਕਿ ਇਹ ਵਾਈਟ ਸੈਲ ਸਾਡੀ ਬਾਡੀ ਦੇ ਆਰਗਨਸ ਨੂੰ ਡੈਮੇਜ ਕਰਨ ਲੱਗ ਜਾਣ। ਜਿਵੇਂ ਥਾਇਰਾਇਡ ਗਲੈਂਡ ਹੈ, ਜਿਵੇਂ ਫੌਜ ਬਾਗੀ ਹੋ ਕੇ ਆਪਣੀ ਕੰਟਰੀ ਤੇ ਹਮਲਾ ਕਰਨ ਲੱਗ ਜੀ, ਬਿਲਕੁਲ। ਸੋ ਜਿਹੜਾ ਥਾਇਰਾਇਡ ਗਲੈਂਡ ਹੈ, ਇਹਦੇ ਅਗੇਂਸਟ ਐਂਟੀਬਾਡੀਜ਼ ਬਣ ਜਾਂਦੀਆਂ, ਉਹਨੂੰ ਅਸੀਂ ਐਂਟੀ ਥਾਇਰਾਇਡ ਐਂਟੀਬਾਡੀਜ਼ ਕਹਿੰਦੇ ਹਾਂ। ਇਹ ਵਾਈਟ ਸੈਲਸ ਪ੍ਰੋਡਿਊਸ ਕਰਦੀਆਂ ਐਂਟੀਬਾਡੀਜ਼। ਸੋ ਇਹਨੂੰ ਆਪਾਂ ਟੈਸਟ ਕਰਾ ਕੇ ਵੀ ਦੇਖ ਸਕਦੇ ਹਾਂ। ਐਂਟੀ ਥਾਇਰਾਇਡ ਐਂਟੀਬਾਡੀਜ਼ ਦਾ ਟੈਸਟ ਹੁੰਦਾ ਹੈ। ਇਸ ਤਰ੍ਹਾਂ ਜਿਵੇਂ ਗਠੀਏ ਦੀ ਬਿਮਾਰੀ ਹੈ, ਜਿਹਨੂੰ ਰਿਊਮੇਟਾਇਡ ਆਰਥਰਾਈਟਿਸ ਕਹਿੰਦੇ ਆ, ਵੀ ਆਟੋ ਇਮਿਊਨ ਡਿਜ਼ੀਜ਼ ਹੈ। ਇਹਦੇ ਵਿੱਚ ਸਾਡੀ ਬਾਡੀ ਜਿਹੜੇ ਜੁਆਇੰਟਸ ਦੇ ਅੰਦਰ ਸਾਈਨੋਵੀਅਲ ਮੈਂਬਰੇਨ ਹੁੰਦੀ ਹੈ, ਉਹਦੇ ਅਗੇਂਸਟ ਐਂਟੀਬਾਡੀਜ਼ ਬਣ ਜਾਂਦੀਆਂ। ਇਸ ਤਰ੍ਹਾਂ ਹੀ ਕੋਲਾਈਟਿਸ 'ਚ, ਇਸ ਤਰ੍ਹਾਂ ਹੀ ਵਾਈਟਿਲਿਗੋ 'ਚ। ਪਰ ਇਹ ਵੈਸੇ ਕਿਉਂ ਹੁੰਦੀ ਹੈ ਤੇ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ? ਇਹ ਤਾਂ ਬਹੁਤ ਬੜਾ ਸਬਜੈਕਟ ਹੈ ਜੀ। ਵੀ ਓਕੇ, ਇਹਨੂੰ ਛੱਡ ਲੈਂਦੇ ਕਿਸੇ ਦਿਨ ਹੋਰ। ਬਿਲਕੁਲ, ਇਹ ਤਾਂ ਨੋਬਲ ਪ੍ਰਾਈਜ਼ ਮਿਲਣ ਵਾਲਾ ਕੰਮ ਹੈ। ਤੇ ਦੂਜਾ ਫਿਰ ਜਿਹੜਾ ਅਗਲਾ ਇੱਕ ਸਵਾਲ ਹੈਗਾ 5287, ਇਹ ਕਹਿੰਦੇ ਵੀ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀਗੀ ਜੀ, ਪਰ ਮੈਂ ਆਪਣਾ ਲਾਈਫ ਸਟਾਈਲ ਬਦਲਿਆ, ਆਪਣੀ ਡਾਈਟ ਬਦਲੀ, ਉਹਦੇ ਨਾਲ ਠੀਕ ਹੋ ਗਿਆ ਜੀ। ਇਹ ਕੀ ਹੋਏਗਾ? ਲਾਈਫ ਸਟਾਈਲ ਤੇ ਡਾਈਟ ਕੀ? ਡਾਕਟਰ ਤਾਂ ਕਹਿੰਦੇ ਸਾਰੀ ਉਮਰ ਗੋਲੀ ਖਾਣੀ ਹੈ, ਕਹਿੰਦੇ ਮੈਂ ਠੀਕ ਕਰ ਲਿਆ।
ਨਹੀਂ, ਇਹ ਠੀਕ ਹੋ ਜਾਂਦਾ ਜੀ। ਜਿਹੜਾ ਜਿਵੇਂ ਮੈਂ ਦੱਸਿਆ ਨਾ, ਇਹਦੇ ਮੇਜਰ ਕਾਰਨ ਤਾਂ ਇੱਕ ਤਾਂ ਆਟੋ ਇਮਿਊਨ ਹੈ, ਔਰ ਦੂਸਰਾ ਅਸੀਂ ਆਯੁਰਵੇਦ 'ਚ ਇਹਨੂੰ ਕਫਜ ਰੋਗ ਮੰਨਦੇ ਹਾਂ। ਸੋ ਜਿਹੜੀਆਂ ਐਂਟੀ ਕਫਾ ਡਾਈਟ ਹੁੰਦੀਆਂ, ਜਾਂ ਕਫਾ ਨੂੰ ਕਫ ਮੀਨਸ ਜਿਹੜੇ ਐਨਾਬੋਲਿਕ ਐਕਟੀਵਿਟੀ ਘਟਾਉਣ ਵਾਲੀਆਂ ਜਿਹੜੀਆਂ ਡਾਈਟਸ ਨੇ, ਉਹਨੂੰ ਅਸੀਂ ਕਫਾ ਡਾਈਟ ਕਹਿੰਦੇ ਆ। ਸੋ ਗੂਗਲ 'ਤੇ ਜਾ ਕੇ, ਜਿੰਨੇ ਆਪਣੇ ਲਿਸਨਰਸ ਨੇ ਜੇ ਇਹਦੇ 'ਚ ਇੰਟਰਸਟ ਰੱਖਦੇ ਨੇ, ਤੁਸੀਂ ਗੂਗਲ 'ਤੇ ਜਾ ਕੇ ਟਾਈਪ ਕਰੋ ਕਫਾ, KAPHA। ਇਹ ਕਫ ਉਹ ਨਹੀਂ ਹੈਗਾ ਖਾਂਸੀ ਵਾਲਾ, ਇਹ KAPHA ਕਫਾ ਡਾਈਟ ਤੁਸੀਂ ਟਾਈਪ ਕਰੋ ਤਾਂ ਸਾਨੂੰ ਬਹੁਤ ਸਾਰੀਆਂ ਵੈਬਸਾਈਟਸ ਮਿਲਣਗੀਆਂ ਜਿਹਦੇ 'ਚ ਲਿਖਿਆ ਹੋਊਗਾ ਵੀ ਕੀ ਖਾਣਾ ਚਾਹੀਦਾ ਹੈ ਜੇ ਕਫ ਰੋਗ ਹੋ ਜਾਵੇ। ਸੋ ਉਹਦੇ ਵਿੱਚ ਉਹ ਡਾਈਟ ਨੂੰ ਫੋਲੋ ਕਰੋ। ਜਿਵੇਂ ਫੋਰ ਐਗਜ਼ਾਮਪਲ ਅਸੀਂ ਜਿਹੜੀਆਂ ਵੇਟ ਵਧਾਉਣ ਵਾਲੀਆਂ ਸਾਰੀਆਂ ਡਾਈਟਸ ਨੂੰ ਅਸੀਂ ਜੇ ਕੰਟਰੋਲ ਕਰ ਲਈਏ ਤਾਂ ਕਾਫੀ ਹੱਦ ਤੱਕ ਥਾਇਰਾਇਡ ਗਲੈਂਡ ਵੀ ਕੰਟਰੋਲ 'ਚ ਆ ਜਾਂਦਾ ਹੈ। ਤੁਹਾਡਾ ਜਿਹੜਾ ਹਾਈਪੋਥਾਇਰਾਇਡਿਜ਼ਮ ਹੈ ਇਹ ਕੰਟਰੋਲ 'ਚ ਆ ਜਾਂਦਾ ਹੈ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਯੋਗਾ ਦੀਆਂ ਕੁਛ ਐਕਸਰਸਾਈਜ਼ਸ ਨੇ, ਯੋਗਾ ਦੇ ਪੋਸਚਰ ਨੇ, ਜਿਹੜਾ ਖਾਸ ਕਰਕੇ ਸਿੰਘ ਆਸਨ ਹੈ ਇੱਕ, ਜਿਵੇਂ ਸ਼ੇਰ ਦੀ ਤਰ੍ਹਾਂ ਦਹਾੜਨਾ, ਉਹਦਾ ਅਸੀਂ ਰੋਲ ਦੇਖਿਆ ਵੀ ਥਾਇਰਾਇਡ ਦੀ ਬੜਾ ਅੱਛਾ ਰੋਲ ਹੈ। ਬੇਸਿਕਲੀ ਇਸ ਪਾਰਟ ਦੀ ਐਕਸਰਸਾਈਜ਼ ਹੋ ਜਾਂਦੀ ਹੈ, ਜੇ ਇਸੇ ਕਰਕੇ ਸ਼ਾਇਦ ਬਰੀਥਿੰਗ ਵੀ ਹੈਲਪ ਕਰਦੀ ਹੈ। ਬਿਲਕੁਲ, ਬਰੀਥਿੰਗ ਐਕਸਰਸਾਈਜ਼, ਬਿਲਕੁਲ ਪ੍ਰਾਣਾਯਾਮ, ਕਪਾਲਭਾਤੀ, ਇਹ ਬਹੁਤ ਫਾਇਦਾ ਕਰਦੀਆਂ। ਔਰ ਜਿਵੇਂ ਲਾਈਫ ਸਟਾਈਲ ਦੀ ਗੱਲ ਕੀਤੀ ਹੈ, ਜੇ ਤੁਸੀਂ ਆਪਣੇ ਲਾਈਫ ਸਟਾਈਲ 'ਚ ਥੋੜ੍ਹਾ ਸਟ੍ਰੈਸ ਘਟਾ ਲਓ ਤਾਂ ਵੀ ਥਾਇਰਾਇਡ ਨੂੰ ਫਾਇਦਾ ਹੁੰਦਾ। ਇਹ ਤਾਂ ਜਿਵੇਂ ਕਹਿੰਦੇ ਨੇ ਵੀ ਸਾਰੀਆਂ ਬਿਮਾਰੀਆਂ ਦੀ ਜੜ ਹੈ। ਜੀ ਜੀ ਜੀ। ਸਟ੍ਰੈਸ ਅੱਜ ਕੱਲ੍ਹ ਅਸੀਂ ਲੈਂਦੇ ਬਹੁਤ ਹੈ, ਵਧਾਈ ਹੋਈ ਹੈ, ਜੇ ਨਾ ਵੀ ਹੋਵੇ ਤਾਂ ਅਸੀਂ ਖਬਰਾਂ ਸੁਣ ਕੇ ਵਧਾ ਲੈਂਦੇ ਹਾਂ। ਬਿਲਕੁਲ ਜੀ। ਸੋ ਇਹਦੇ 'ਚ ਮੈਂ ਦੇਖਿਆ ਇੱਕ ਅਸੀਂ ਸਪਲੀਮੈਂਟਸ ਜਿਹੜੇ ਨੇ, ਜਿਹੜੀਆਂ ਚੀਜ਼ਾਂ ਆਪਣੇ ਕਿਚਨ 'ਚ ਹੁੰਦੀਆਂ, ਉਹ 4-5 ਚੀਜ਼ਾਂ ਐਸੀਆਂ ਨੇ ਮੈਂ ਬਹੁਤ ਰਿਕਮੈਂਡ ਕਰਦਾ ਔਰ ਮੈਨੂੰ ਬੜਾ ਅੱਛਾ ਫੀਡਬੈਕ ਮਿਲਿਆ। ਮੈਂ ਉਹ ਫਾਰਮੂਲਾ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਂਦਾ ਆਪਣੇ ਲਿਸਨਰਸ ਨਾਲ। ਸੋ ਇਹਦੇ 'ਚ ਜਿਹੜੀ ਹਲਦੀ 200 ਗ੍ਰਾਮ, ਮੇਥੇ ਜਿਹਨੂੰ ਫੈਨੋਗ੍ਰੀਕ ਸੀਡਸ ਕਹਿੰਦੇ ਹਾਂ ਅਸੀਂ 200 ਗ੍ਰਾਮ, ਕਾਲੀ ਮਿਰਚ 25 ਗ੍ਰਾਮ, ਸੁੰਡ ਜਿਹਨੂੰ ਸੌਂਠ ਕਹਿੰਦੇ ਆ, ਡਰਾਈਡ ਜਿੰਜਰ 25 ਗ੍ਰਾਮ, ਔਰ ਪਿਪਲੀ 25 ਗ੍ਰਾਮ। ਇਹ 475 ਗ੍ਰਾਮ ਪਾਊਡਰ ਬਣ ਜਾਂਦਾ। ਅੱਛਾ। ਇਹਦਾ 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ ਲਗਾਤਾਰ ਖਾਣ ਨਾਲ ਬਹੁਤ ਸਾਰੇ ਪੇਸ਼ੈਂਟਸ ਨੇ ਸਾਨੂੰ ਫੀਡਬੈਕ ਦਿੱਤਾ ਜੀ, ਸਾਡੀ ਜਿਹੜੀ ਥਾਇਰੋਕਸਿਨ ਦੀ ਗੋਲੀ ਸੀਗੀ, ਉਹ ਕਈਆਂ ਦੀ ਤਾਂ 200 ਮਾਈਕਰੋ ਮਿਲੀਗ੍ਰਾਮ ਦੀ ਗੋਲੀ ਸੀ, ਉਹ ਘਟ ਕੇ ਕਹਿੰਦੇ ਜੀ ਹੁਣ 25 ਦੀ ਅਸੀਂ ਲੈਂਦੇ ਹਾਂ, 25 ਮਾਈਕਰੋ ਮਿਲੀਗ੍ਰਾਮ ਦੀ, ਸਿਰਫ ਆ ਜਿਹੜਾ ਕਿਚਨ ਰੈਮਡੀ ਲੈਣ ਨਾਲ। ਬਿਲਕੁਲ ਬਿਲਕੁਲ ਬਿਲਕੁਲ। ਔਰ ਨਾਲ ਉਹ ਪਰਹੇਜ਼ ਜਿਹੜੇ ਮੈਂ ਦੱਸੇ ਹੈ ਕਿ ਕਫਾ ਡਾਈਟ ਨੂੰ ਤੁਸੀਂ ਫੋਲੋ ਕਰੋ, ਔਰ ਥੋੜ੍ਹਾ ਜਿਹਾ ਯੋਗ ਪ੍ਰਾਣਾਯਾਮ, ਜਿਹੜਾ ਕਪਾਲਭਾਤੀ ਪ੍ਰਾਣਾਯਾਮ, ਇਹ ਕਰੋ ਤਾਂ ਬੜਾ ਕਮਾਲ ਦੇ ਰਿਜ਼ਲਟ ਨੇ। ਔਰ ਕਈ ਮਰੀਜ਼ਾਂ ਨੇ ਇਹ ਵੀ ਕਿਹਾ ਜੀ ਹੁਣ ਅਸੀਂ ਥਾਇਰੋਕਸਿਨ ਦੀ ਗੋਲੀ ਖਾਂਦੇ ਹੀ ਨਹੀਂ, ਵੀ ਸਾਨੂੰ ਡੇਢ 2 ਸਾਲ ਹੋ ਗਏ ਅਸੀਂ ਕੋਈ ਗੋਲੀ ਨਹੀਂ ਖਾ ਰਹੇ। ਦੇਖੋ ਵੈਸੇ ਆਪਣਾ ਵਰਮਾ ਜੀ, ਹੁਣ ਇਹ ਤਾਂ ਰਿਐਲਿਟੀ ਹੈ, ਠੀਕ ਹੈ। ਸਾਨੂੰ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ, ਜੋ ਐਡੀ ਵੱਡੀ ਇੰਡਸਟਰੀ, ਬਿਲੀਅਨ ਟ੍ਰਿਲੀਅਨਸ ਆਫ ਡਾਲਰ ਦਾ ਇਹ ਕਾਰੋਬਾਰ ਹੈ, ਕਈ ਚੀਜ਼ਾਂ ਬਹੁਤ ਸਿੰਪਲ ਨੇ ਜੀ, ਜਿਹੜੀਆਂ ਅਸੀਂ ਗਲਤ ਲਾਈਫ ਸਟਾਈਲ ਚੁਣਨ ਕਰਕੇ ਪ੍ਰੋਬਲਮਸ ਆਈਆਂ, ਜੇ ਅਸੀਂ ਉਹ ਬਦਲ ਲਈਏ ਤਾਂ ਠੀਕ ਹੋ ਸਕਦਾ। ਜੀ ਜੀ ਬਿਲਕੁਲ। ਪਰ ਸਾਨੂੰ ਉਹ ਚੀਜ਼ ਦੱਸਣ ਦੀ ਬਜਾਏ ਉਹ ਚੀਜ਼ਾਂ ਦੱਸਦੇ ਨੇ ਜਿਹਨਾਂ ਨਾਲ ਇਹਨਾਂ ਨੂੰ ਪੈਸੇ ਬਣਦੇ ਨੇ। ਹਾਂਜੀ, ਇਹ ਤਾਂ ਕੈਪੀਟਲ ਕੰਟਰੀ ਹੈ, ਕੈਪੀਟਲਿਸਟ ਕੰਟਰੀ, ਕੈਪੀਟਲਿਜ਼ਮ ਦੀ ਪ੍ਰੋਬਲਮ ਹੈ। ਬਿਲਕੁਲ ਬਿਲਕੁਲ। ਉਹ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਨਾ ਜੀ। ਨਵਜੋਤ ਇਹ ਪੁੱਛ ਰਿਹਾ ਵੀ ਜੇ ਗਲੇ 'ਚ ਜਿਹੜੀ ਬਲਗਮ ਹੁੰਦੀ ਹੈ, ਤੁਸੀਂ ਕਹਿੰਦੇ ਨਾ ਵੀ ਕਫਾ ਰੋਗ ਹੈ, ਉਹਦੇ ਨਾਲ ਸੰਬੰਧਿਤ ਹੈ, ਇਹ ਜਿਹੜੀ ਬਲਗਮ ਆਉਂਦੀ ਉਹਦਾ ਇਹਦੇ ਨਾਲ ਕੋਈ ਕਨੈਕਸ਼ਨ ਹੋ ਸਕਦਾ? ਨਹੀਂ, ਨਾਰਮਲੀ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ। ਉਹ ਕਈ ਵਾਰ ਸਾਈਨੋਸਾਈਟਿਸ 'ਚ ਆਉਣ ਲੱਗ ਜਾਂਦੀ ਹੈ ਬਲਗਮ। ਓਕੇ, ਹਾਂਜੀ। ਤੇ ਫਾਰਮੂਲਾ ਵੀ ਰਿਪੀਟ ਕਰਨਾ ਆਪਾਂ ਨੇ, ਉਹ ਕਰਦੇ ਆਂ ਬਾਅਦ ਦੇ 'ਚ। ਤੇ ਇੱਕ ਕੁਐਸਚਨ ਹੈਗਾ, ਤੇ ਆਪਰੇਟ ਸਰਫਰਾਜ ਪੁੱਛ ਰਹੇ ਨੇ, ਆਪਰੇਟ ਕਿਸ ਸਿਚੁਏਸ਼ਨ 'ਚ ਕਰਾਉਣਾ ਚਾਹੀਦਾ? ਕੋਈ ਇਹਦਾ ਆਪਰੇਸ਼ਨ ਵੀ ਕਰਦੇ ਨੇ ਕਈ ਲੋਕ। ਹਾਂਜੀ, ਉਹ ਜੇ ਕਈ ਵਾਰ ਇੱਕ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਜਿਹੜਾ ਥਾਇਰਾਇਡ ਗਲੈਂਡ ਹੈ ਕਈ ਵਾਰ ਓਵਰ ਐਕਟਿਵ ਹੋ ਜਾਂਦਾ, ਤੁਹਾਡੀ ਬੋਡੀ 'ਚ ਥਾਇਰੋਕਸਿਨ ਜ਼ਿਆਦਾ ਬਣਨ ਲੱਗ ਜਾਂਦੀ ਹੈ, ਉਹਨੂੰ ਅਸੀਂ ਹਾਈਪਰ ਥਾਇਰਾਇਡ ਕਹਿੰਦੇ ਹਾਂ। ਉਹਦੇ 'ਚ ਆਪੋਜ਼ਿਟ ਸਿੰਪਟਮ ਆ ਜਾਂਦੇ ਹੈ, ਉਹਦੇ 'ਚ ਮੈਟਾਬੋਲਿਕ ਰੇਟ ਮੈਟਾਬੋਲਿਜ਼ਮ ਬਹੁਤ ਹਾਈ ਹੋ ਜਾਂਦਾ ਹੈ, ਪੇਸ਼ੈਂਟ ਖਾਣਾ ਖਾ ਕੇ ਹਟਦਾ, ਉਹਨੂੰ ਫਿਰ ਭੁੱਖ ਲੱਗ ਜਾਂਦੀ ਹੈ। ਔਰ ਇਹਦੇ 'ਚ ਮਜ਼ੇਦਾਰ ਗੱਲ ਇਹ ਹੁੰਦੀ ਹੈ ਵੀ ਭੁੱਖ ਜ਼ਿਆਦਾ ਲੱਗਣ ਦੇ ਬਾਵਜੂਦ, ਜ਼ਿਆਦਾ ਖਾਣਾ ਖਾਣ ਦੇ ਬਾਵਜੂਦ ਪੇਸ਼ੈਂਟ ਦਾ ਭਾਰ ਘਟਣ ਲੱਗ ਜਾਂਦਾ। ਔਰ ਜਦੋਂ ਭਾਰ ਘਟਦਾ, ਉੱਥੇ ਸਾਨੂੰ ਸ਼ੱਕ ਹੁੰਦਾ ਵੀ ਇਹ ਜਿਹੜਾ ਥਾਇਰਾਇਡ ਦੀ ਪ੍ਰੋਬਲਮ ਹੋ ਸਕਦੀ ਹੈ, ਹਾਈਪਰ ਥਾਇਰਾਇਡ ਦੀ। ਉੱਥੇ ਫਿਰ ਕਈ ਵਾਰ ਇੰਨਾ ਜ਼ਿਆਦਾ ਕਈ ਵਾਰ ਹਾਈਪਰ ਥਾਇਰਾਇਡ ਹੁੰਦਾ ਹੈ ਵੀ ਉਹ 'ਚ ਫਿਰ ਡਾਕਟਰ ਕਈ ਵਾਰ ਕਹਿੰਦੇ ਨੇ ਕਿ ਤੁਸੀਂ
ਆਪਣਾ ਥਾਇਰਾਇਡ ਦਾ ਇੱਕ ਪਾਰਟ, ਇੱਕ ਲੋਬ ਜਿਹੜਾ ਹੈ ਉਹ ਰਿਮੂਵ ਕਰਾ ਦਿਓ, ਕਿਉਂਕਿ ਥਾਇਰੋਕਸਿਨ ਬਹੁਤ ਜ਼ਿਆਦਾ ਬਣਦੀ ਹੈ। ਉਸ ਕੰਡੀਸ਼ਨ ਦੇ ਵਿੱਚ ਇਹਦਾ ਆਪਰੇਸ਼ਨ ਰਿਕਮੈਂਡ ਕਰਦੇ ਨੇ। ਅੱਛਾ, ਪਰ ਉਹ ਤੋਂ ਵੀ ਬਚਿਆ ਜਾ ਸਕਦਾ ਲਾਈਫ ਸਟਾਈਲ ਚੇਂਜਸ ਨਾਲ? ਜੀ। ਥਾਇਰਾਇਡ ਦੇ ਵਿੱਚ ਇੱਕ ਬੜੀ ਮਜ਼ੇਦਾਰ ਰਿਸਰਚ ਆਈ ਹੈ ਵੀ ਜਿਹੜੇ ਸੰਤਰੇ ਦੇ ਛਿਲਕੇ ਹੁੰਦੇ ਨੇ ਇਹ ਹਾਈਪਰ ਥਾਇਰਾਇਡ ਵਾਲਿਆਂ ਨੂੰ ਫਾਇਦਾ ਕਰਦੇ ਆ, ਜਿਨ੍ਹਾਂ ਦਾ ਓਵਰ ਐਕਟਿਵ ਥਾਇਰਾਇਡ ਹੁੰਦਾ, ਔਰ ਆਮਲਾ ਵੀ ਉਹਦੇ 'ਚ ਬਹੁਤ ਫਾਇਦਾ ਕਰਦਾ ਹੈ ਜਿਨ੍ਹਾਂ ਨੂੰ ਹਾਈਪਰ ਥਾਇਰਾਇਡ ਹੁੰਦਾ। ਸੋ ਆਮਲਾ ਔਰ ਸੰਤਰੇ ਦੇ ਛਿਲਕੇ ਜਿਹੜੇ ਔਰੇਂਜ ਪੀਲ, ਸੰਤਰੇ ਦੇ ਛਿਲਕੇ ਨੂੰ ਕੀ ਕਰਨਾ ਹੋਏਗਾ? ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾ ਕੇ। ਅੱਛਾ ਓਕੇ। ਅੱਛਾ, ਇੱਕ ਪੀਯੂਸ਼ ਜੀ ਪੁੱਛ ਰਿਹਾ ਕਿ ਸਲਾਈਵਾ ਗਲੈਂਡ ਸਵੈਲਿੰਗ ਹੈਵ ਐਨੀ ਕਨੈਕਸ਼ਨ ਵਿਦ ਥਾਇਰਾਇਡ? ਨਾ, ਓਕੇ, ਉਹ ਅਲੱਗ ਪ੍ਰੋਬਲਮ ਹੈ ਜੀ। ਪਰ ਇਹ ਗੱਲ ਦੇਖੋ, ਮੈਂ ਜਿੰਨੇ ਤੁਸੀਂ ਸਿੰਪਟਮ ਦੱਸ ਰਹੇ ਸੀ ਨਾ, ਭਾਵੇਂ ਹਾਈਪਰ ਦੇ ਤੇ ਭਾਵੇਂ ਹਾਈਪੋ ਦੇ, ਜੀ ਮੈਂ ਦੇਖ ਰਿਹਾ ਸੀ ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਕੱਲਾ ਸਿੰਪਟਮ ਨਾਲ ਤੇ ਜਾ ਕੇ ਨਹੀਂ ਆਪਾਂ ਫੈਸਲਾ ਕਰ ਸਕਦੇ। ਬਿਲਕੁਲ ਉਹਦੇ ਟੈਸਟ ਬਣੇ ਹੋਏ ਨੇ। ਜਦੋਂ ਪੇਸ਼ੈਂਟ ਸਿੰਪਟਮ ਲੈ ਕੇ ਜਾਂਦੇ ਨੇ ਆਪਣੇ ਡਾਕਟਰ ਕੋਲ, ਮੈਂ ਜਿਵੇਂ ਦੱਸਿਆ ਸੀ ਵੀ ਬਲੱਡ ਦਾ ਇੱਕ ਟੈਸਟ ਹੁੰਦਾ ਹੈ T3 T4 TSH, ਉਹਦੇ 'ਚ ਉੱਥੋਂ ਪਤਾ ਲੱਗ ਜਾਂਦਾ ਹੈ। ਇੱਥੇ ਨਾ ਮੈਂ ਇੱਕ ਬੜੀ ਇੰਪੋਰਟੈਂਟ ਜਾਣਕਾਰੀ ਦੇਣਾ ਚਾਹੁੰਦਾ। ਮੈਡੀਕਲ ਡਾਕਟਰ ਜਿਹੜੇ ਨੇ ਉਹ ਥਾਇਰੋਕਸਿਨ ਰਿਕਮੈਂਡ ਕਰ ਦਿੰਦੇ ਨੇ ਵੀ ਤੁਸੀਂ ਲਈ ਚੱਲੋ। ਅਸੀਂ ਆਪਣੀ ਪ੍ਰੈਕਟਿਸ 'ਚ ਦੇਖਿਆ ਵੀ ਕਈ ਵਾਰ ਬੰਦਿਆਂ ਦਾ ਆਪਣੇ ਆਪ ਜਾਂ ਕੋਈ ਚੀਜ਼ਾਂ ਜਿਵੇਂ ਘਰੇਲੂ ਚੀਜ਼ਾਂ ਖਾਣ ਤੋਂ ਬਾਅਦ ਉਹਨਾਂ ਦਾ ਥਾਇਰਾਇਡ ਗਲੈਂਡ ਨੋਰਮਲ ਹੋ ਜਾਂਦਾ ਹੈ, ਯਾਨੀ ਆਪਣੀ ਥਾਇਰੋਕਸਿਨ ਨੈਚੁਰਲ ਬਣਾਉਂਦਾ ਹੈ, ਉੱਪਰੋਂ ਉਹ ਸਿੰਥੈਟਿਕ ਵੀ ਲੈ ਰਹੇ ਹੁੰਦੇ ਨੇ। ਉਹਦੇ ਨਾਲ ਫਿਰ ਉਹਨਾਂ ਦੇ ਅੰਦਰ ਹਾਈਪਰ ਥਾਇਰਾਇਡ ਦੇ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ। ਅੱਛਾ, ਮਤਲਬ ਤੁਸੀਂ ਗੋਲੀ ਵੀ ਲਈ ਜਾ ਰਹੇ ਹੋ? ਹਾਂ, ਤੁਹਾਡਾ ਸਿਸਟਮ ਆਪਣੇ ਆਪ ਠੀਕ ਵੀ ਹੋ ਗਿਆ। ਹਾਂ, ਸੋ ਉੱਥੇ ਫਿਰ ਆਪਾਂ ਨੂੰ ਟੈਸਟ ਤੋਂ ਪਤਾ ਲੱਗਦਾ ਹੈ, ਔਰ ਜੇ ਉੱਥੇ ਪਤਾ ਲੱਗਦਾ ਤੁਸੀਂ ਜਿਹੜੇ ਲੋਕਾਂ ਨੂੰ ਲੱਗੇ ਕਿ ਉਹਨਾਂ ਦਾ ਭਾਰ ਹੁਣ ਘਟਦਾ ਹੀ ਜਾ ਰਿਹਾ ਹੈ ਜਾਂ ਉਹਨਾਂ ਦੀ ਦਿਲ ਦੀ ਧੜਕਨ ਵੱਧ ਰਹੀ ਹੈ, ਉਹਨਾਂ ਨੂੰ ਆਪਣੇ ਡਾਕਟਰ ਕੋਲ ਜਾ ਕੇ ਸਲਾਹ ਕਰਨੀ ਚਾਹੀਦੀ ਹੈ। ਜਦੋਂ ਡਾਕਟਰ ਉਹਨਾਂ ਦਾ ਦੁਬਾਰਾ ਤੋਂ ਟੈਸਟ ਕਰਾਉਣਗੇ, ਫਿਰ ਹੋ ਸਕਦਾ ਹੈ ਡਾਕਟਰ ਉਹਨਾਂ ਨੂੰ ਕਹਿ ਦੇਣ ਵੀ ਤੁਸੀਂ ਆਪਣੀ ਥਾਇਰੋਕਸਿਨ ਦੀ ਗੋਲੀ ਜਿਹੜੀ ਹੈ ਇਹ ਹੁਣ ਘਟਾ ਲਓ ਜਾਂ ਬੰਦ ਕਰ ਦਿਓ। ਅੱਛਾ, ਇੱਕ ਕੁਐਸਚਨ ਹੈਗਾ ਇਹ ਕਿ ਇਹਦੇ ਇਨਕਰੀਜ਼ WBC ਕੀ ਹੁੰਦਾ? WBC ਵਾਈਟ ਸੈਲਸ ਜਿਹੜੇ ਨੇ। ਅੱਛਾ, ਉਹਨਾਂ ਦੇ ਇਨਕਰੀਜ਼ ਹੋਣ ਦਾ ਕੀ ਰੋਲ ਹੈ ਨਾ, ਇਹ ਪੁੱਛ ਰਿਹਾ ਕਿ ਹਾਈਪੋਥਾਇਰਾਇਡਿਜ਼ਮ ਨਾਲ WBC 12.7 ਇਹਦਾ ਕੋਈ ਕੰਸਰਨ ਹੈ? ਨਹੀਂ, ਜਿਹੜੀ WBC 12.7 ਹੈ ਉਹ ਇਨਫੈਕਸ਼ਨ ਨੂੰ ਇੰਡੀਕੇਟ ਕਰਦਾ। ਜਦੋਂ ਸਾਡਾ ਬਲੱਡ ਦੇ ਵਿੱਚ TLC ਵੱਧਦਾ ਯਾਨੀ WBC ਵੱਧਦੇ ਨੇ, ਇਹ ਇੰਡੀਕੇਟ ਕਰਦੇ ਕਿ ਬਾਡੀ 'ਚ ਕਿਤੇ ਨਾ ਕਿਤੇ ਇਨਫੈਕਸ਼ਨ ਹੋ ਸਕਦੀ ਹੈ। ਸੋ ਉਹਨੂੰ ਜਿਨ੍ਹਾਂ ਨੇ ਵੀ ਲਿਖਿਆ ਉਹਨਾਂ ਨੂੰ ਚਾਹੀਦਾ ਵੀ ਆਪਣੇ ਡਾਕਟਰ ਨਾਲ ਜਾ ਕੇ ਉਹਦੀ ਸਲਾਹ ਕਰਨ। ਉਹ ਇੱਕ ਸੈਪਰੇਟ ਪ੍ਰੋਬਲਮ ਹੈ, ਪਰ ਹਾਈਪੋਥਾਇਰਾਇਡ ਨਾਲ ਇਹਦਾ ਕੋਈ ਲਿੰਕ ਨਹੀਂ ਹੈ। ਓਕੇ, ਹਾਂਜੀ। ਤੇ ਇੱਕ ਤਾਂ ਦੁਬਾਰਾ ਦੱਸ ਦਿਓ ਆਪਣਾ ਫਾਰਮੂਲਾ, ਨੁਸਖਾ। ਜੀ, ਨੁਸਖਾ ਇਹਦੇ 'ਚ ਜਿਹੜਾ ਮੈਂ ਆਪਣੇ ਪੇਸ਼ੈਂਟਸ ਨੂੰ ਰਿਕਮੈਂਡ ਕੀਤਾ ਸੀ ਔਰ ਉਹਦੀ ਅੱਛੀ ਫੀਡਬੈਕ ਮਿਲੀ ਹੈ, ਉਹਦੇ 'ਚ ਜਿਹੜੀ ਹਲਦੀ 200 ਗ੍ਰਾਮ ਹਲਦੀ, 200 ਗ੍ਰਾਮ ਹਲਦੀ, 200 ਗ੍ਰਾਮ ਮੇਥੇ ਜਿਹੜੇ ਫੈਨੋਗ੍ਰੀਕ ਸੀਡਸ, ਉਹਨਾਂ ਦੇ ਸੀਡਸ ਲੈਣੇ, ਸੀਡਸ ਜਿਹੜੇ ਮੇਥੇ, 200 ਗ੍ਰਾਮ ਉਹਨਾਂ ਦਾ ਪਾਊਡਰ, ਹਲਦੀ ਦਾ ਪਾਊਡਰ 200 ਗ੍ਰਾਮ। 3 ਚੀਜ਼ਾਂ ਹੋਰ ਨੇ, ਕਾਲੀ ਮਿਰਚ, ਸੌਂਠ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਪਿਪਲੀ ਨੂੰ ਮਗਾ ਵੀ ਕਹਿੰਦੇ ਆ ਪੰਜਾਬੀ 'ਚ। ਮਗਾ ਜ਼ਿਆਦਾ ਪਪੂਲਰ ਹੈ ਆਪਣਾ ਕਲਚਰ 'ਚ। ਹਾਂਜੀ, ਸੋ ਕਾਲੀ ਮਿਰਚ, ਸੁੰਡ ਔਰ ਮਗਾ, ਇਹਨਾਂ ਤਿੰਨਾਂ ਦਾ ਪਾਊਡਰ 25-25 ਗ੍ਰਾਮ। ਇਹ 3 ਚੀਜ਼ਾਂ 25-25 ਗ੍ਰਾਮ, ਤੇ ਹਲਦੀ ਅਤੇ ਮੇਥੇ 200 ਗ੍ਰਾਮ। ਓਕੇ, ਟੋਟਲ 475 ਗ੍ਰਾਮ ਪਾਊਡਰ ਬਣ ਜਾਂਦਾ ਹੈ। ਇਹਨੂੰ ਸਾਰਿਆਂ ਨੂੰ ਮਿਕਸ ਕਰਨਾ ਹੈ। 1 ਚਮਚਾ ਸਵੇਰੇ, 1 ਚਮਚ ਸ਼ਾਮ ਨੂੰ ਪਾਣੀ ਨਾਲ ਲੈਣਾ ਹੈ ਔਰ ਲਗਾਤਾਰ ਲੈਂਦੇ ਰਹਿਣ ਤਾਂ ਕੋਈ, ਵੈਸੇ ਵੀ ਤਾਂ ਕੋਈ ਨੁਕਸਾਨ ਤੇ ਹੈ ਨਹੀਂ। ਹਾਂਜੀ, ਫਾਰਮੂਲਾ ਇਹਦੇ ਨਾਲ ਭਾਰ ਘਟਦਾ ਜੀ, ਇਹਦੇ ਨਾਲ ਭਾਰ ਘਟਦਾ ਹੈ। ਗਰਮ ਹੋਏਗੀ ਇਹਦੀ ਨੇਚਰ। ਹਾਂਜੀ, ਗਰਮ ਥੋੜੀ ਤਾਸੀਰ ਗਰਮ, ਜ਼ਿਆਦਾ ਗਰਮੀ ਵਾਲਿਆਂ ਨੂੰ ਗਰਮੀ ਵੀ ਕਰੇਗਾ। ਹਾਂਜੀ, ਬਿਲਕੁਲ, ਇਸ ਕਰਕੇ ਇਹਦਾ ਵੀ ਧਿਆਨ ਰੱਖਣਾ ਚਾਹੀਦਾ। ਬਿਲਕੁਲ। ਸੋ ਲੇਕਿਨ ਜਿਨ੍ਹਾਂ ਦਾ ਭਾਰ ਵੱਧਦਾ ਹੈ, ਖਾਸ ਕਰਕੇ ਹਾਈਪੋਥਾਇਰਾਇਡ ਨਾਲ ਰਿਲੇਟਡ ਹੈ, ਈਵਨ ਮੈਂ ਦੇਖਿਆ ਬਹੁਤ ਸਾਰੇ ਲੋਕ ਆਪਣੀ ਥਾਇਰੋਕਸਿਨ ਵੀ ਲੈਂਦੇ ਰਹੇ। ਜਦੋਂ ਉਹਨਾਂ ਨੇ ਇਹ ਲੈਣਾ ਸ਼ੁਰੂ ਕੀਤਾ, ਫਿਰ ਉਹ ਦੁਬਾਰਾ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਉਹਨਾਂ ਦਾ TSH ਹੁਣ ਕਾਫੀ ਘਟ ਗਿਆ ਹੈ, ਤੇ ਉਹ ਕਹਿੰਦੇ ਜੀ ਤੁਸੀਂ, ਉਹਨਾਂ ਨੇ ਥਾਇਰੋਕਸਿਨ ਦੀ ਗੋਲੀ ਘਟਾਤੀ। ਸੋ ਕਹਿਣ ਦਾ ਮਤਲਬ ਹੈ ਕਿਚਨ ਦੀ ਚੀਜ਼ ਹੈ ਜੀ, ਇਹਦਾ ਕੋਈ ਨੁਕਸਾਨ ਤੇ ਹੋਣ ਨਹੀਂ ਲੱਗਿਆ। ਜੀ, ਸਵਾਏ ਇਹਨਾਂ ਦੇ ਕਿ ਜਿਹੜਾ ਥੋੜਾ ਗਰਮੀ ਟਾਈਪ ਹੈਗੀ ਹੈ ਉਹ ਧਿਆਨ ਰੱਖਣ ਕਿ ਮਤਲਬ ਤੁਹਾਡੀ ਤਸੀਰ ਜੇ ਗਰਮ ਹੈ ਤੇ ਥੋੜਾ ਗਰਮੀ 'ਚ ਵਾਧਾ ਕਰੇਗਾ। ਜੀ, ਅਦਰਵਾਈਜ਼ ਤਾਂ ਇਹ ਮਤਲਬ ਵੈਸੇ ਵੀ ਬਿਲਕੁਲ ਫੂਡ ਸਪਲੀਮੈਂਟ ਹੈ।
ਠੀਕ ਹੈ, ਇਹਨੂੰ ਫੂਡ ਦੀ ਤਰ੍ਹਾਂ ਅਸੀਂ ਖਾ ਸਕਦੇ ਹਾਂ ਜੀ। ਅੱਛਾ, ਇੱਕ ਹਰਦੇਵ ਲੋਹਾਣਾ ਜੀ ਨੇ, ਇਹਨਾਂ ਦੇ ਕੀ ਪੁੱਛ ਰਹੇ ਨੇ, ਇਹਦਾ ਕੋਈ ਡਾਇਬੀਟੀਜ਼ ਨਾਲ ਕੋਈ ਸੰਬੰਧ ਹੈਗਾ? ਨਹੀਂ, ਡਾਇਬੀਟੀਜ਼ ਇੱਕ ਸੈਪਰੇਟ ਪ੍ਰੋਬਲਮ ਹੈ। ਕਈ ਵਾਰ ਡਾਇਬੀਟੀਜ਼ ਐਂਡ ਥਾਇਰਾਇਡ ਦੋਨੋਂ ਇਕੱਠੇ ਵੀ ਹੁੰਦੇ ਨੇ। ਔਰ ਬਹੁਤ ਸਾਰੇ ਲੋਕ ਆਪਣੀ ਥਾਇਰਾਇਡ ਦੀ ਗੋਲੀ ਵੀ ਸਵੇਰੇ ਖਾਲੀ ਪੇਟ ਖਾਂਦੇ ਨੇ, ਬਾਅਦ 'ਚ ਫਿਰ ਆਪਣੀਆਂ ਡਾਇਬੀਟੀਜ਼ ਦੀਆਂ ਦਵਾਈਆਂ ਵੀ ਲੈਂਦੇ ਰਹਿੰਦੇ ਨੇ। ਅੱਛਾ, ਇਹ 3787 ਹੋ ਸਕਦਾ, ਪਤਾ ਨਹੀਂ ਕਦੋਂ ਕਦੇ ਆਏ ਨੇ। ਇਹ ਕਹਿੰਦੇ ਜਦੋਂ ਤੁਸੀਂ ਇੰਡੀਆ ਸੀਗੇ ਕਦੇ ਥਾਇਰਾਇਡ ਦੀ ਪ੍ਰੋਬਲਮ ਸੁਣੀ ਨਹੀਂ ਸੀ, ਉੱਥੇ ਹੁੰਦੀ ਨਹੀਂ ਸੀ ਜਾਂ ਟੈਸਟ ਨਹੀਂ ਸੀ ਹੁੰਦਾ? ਨਹੀਂ, ਟੈਸਟ ਇਹਦੀ ਅਵੇਅਰਨੈਸ ਘੱਟ ਸੀ। ਅੱਛਾ, ਅਵੇਅਰਨੈਸ ਘੱਟ ਸੀ। ਹੁਣ ਤਾਂ ਇਹ ਬਹੁਤ ਜ਼ਿਆਦਾ ਇਹਦੇ ਬਾਰੇ ਅਵੇਅਰਨੈਸ ਹੋ ਗਈ ਹੈ, ਔਰ ਬੱਚਿਆਂ 'ਚ ਬੜਾ ਦੇਖਣ ਨੂੰ ਮਿਲਦਾ ਹੈ। ਜਿੱਥੇ weight gain ਹੁੰਦਾ ਹੈ, ਪਹਿਲਾ ਟੈਸਟ ਇਹਦਾ ਹੀ ਕਰਾਇਆ ਜਾਂਦਾ। ਜਦੋਂ ਵੀ ਪੇਸ਼ੈਂਟ weight gain ਦੀ ਕੰਪਲੇਂਟ ਕਰਦੇ ਨੇ, ਚਾਹੇ ਉਹ ਬੱਚੇ ਨੇ ਚਾਹੇ ਐਡਲਟਸ ਨੇ, ਉਹਨਾਂ 'ਚ ਪਹਿਲਾ ਸ਼ੱਕ ਜਾਂਦਾ ਵੀ ਇਹਦਾ ਥਾਇਰਾਇਡ ਚੈੱਕ ਕਰਕੇ ਦੇਖੀਏ। ਜੇ TSH ਜ਼ਿਆਦਾ ਆ ਜਾਂਦਾ ਹੈ, TSH ਦਾ ਮਤਲਬ ਹੁੰਦਾ ਹੈ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ, ਉਹ ਜੇ ਜ਼ਿਆਦਾ ਆਉਂਦਾ ਹੈ, ਉੱਥੇ ਜਦੋਂ ਪਕੜੇ ਜਾਂਦੇ ਨੇ ਕਿ ਜੀ ਇਹ ਥਾਇਰਾਇਡ ਦੀ ਪ੍ਰੋਬਲਮ ਹੈ। ਫਾਰਮੂਲਾ ਇੱਕ ਵਾਰ ਫਿਰ ਰਿਪੀਟ ਕਰਨਾ ਪੈਣਾ, ਬੋਲਣਾ ਪੈਣਾ, ਕਿਉਂਕਿ ਜਤਿੰਦਰ ਹੋਰਾਂ ਦਾ ਮੈਸੇਜ ਹੈ ਵੀ ਇੱਕ ਵਾਰ ਦੁਬਾਰਾ ਬੋਲ ਦਿਓ। ਹਲਦੀ ਟਰਮਰਿਕ 200 ਗ੍ਰਾਮ, ਹਾਂਜੀ, ਟਰਮਰਿਕ ਪਾਊਡਰ 200 ਗ੍ਰਾਮ, ਤੇ ਫੈਨੂਗ੍ਰੀਕ ਪਾਊਡਰ, ਮੇਥੀ ਹੈ ਨਾ, ਹਾਂਜੀ, ਮੇਥੀ ਦੇ ਬੀਜ, ਹਾਂਜੀ, ਇਹ ਮੇਥੇ ਔਰ ਮੇਥੀ ਦੇ ਬੀਜ, ਇਹ ਦੋਨਾਂ 'ਚ ਨਾ ਜੀ ਕਈ ਵਾਰ ਕਨਫਿਊਜ਼ਨ ਹੁੰਦੀ ਹੈ। ਫੈਨੂਗ੍ਰੀਕ ਸੀਡਸ ਪੀਲੇ ਰੰਗ ਦੇ ਮੋਟੇ ਮੇਥੇ ਹੁੰਦੇ ਨੇ। ਅੱਛਾ, ਪੀਲੇ ਰੰਗ ਵਾਲੇ ਜਿਹੜੇ ਫੈਨੂਗ੍ਰੀਕ ਸੀਡਸ ਨੇ, ਉਹ ਵੀ 200 ਗ੍ਰਾਮ ਉਹਦਾ ਪਾਊਡਰ। ਓਕੇ, ਹਲਦੀ ਤੇ ਮੇਥੇ ਹੋ ਗਏ 200 ਗ੍ਰਾਮ। ਕਾਲੀ ਮਿਰਚ, ਸੌਂਠ ਔਰ ਪਿਪਲੀ, ਯਾਨੀ ਕਾਲੀ ਮਿਰਚ, ਸੁੰਡ ਔਰ ਮਗਾ, ਇਹਨਾਂ ਦਾ 25 ਗ੍ਰਾਮ ਪਾਊਡਰ। ਓਕੇ, ਠੀਕ ਹੋ ਗਿਆ ਜੀ। ਲਓ ਜੀ, ਹੁਣ ਤਾਂ ਮੇਰੇ ਖਿਆਲ ਕਾਫੀ ਵਾਰ ਅਸੀਂ ਰਿਪੀਟ ਬੋਲ ਦਿੱਤਾ ਇਹ ਜੀ। ਤੇ ਓਕੇ, ਕੀ ਕਹਿੰਦੇ ਨੇ ਜੀ, ਅਦਨਾਨ, ਇਹ ਕਹਿੰਦੇ 2009 'ਚ ਮੇਰਾ ਡਾਇਗਨੋਜ਼ ਹੋਇਆ ਸੀ, ਉਦੋਂ ਮੈਂ 28 ਦਾ ਸੀਗਾ, ਤੇ ਉਦੋਂ ਤੋਂ ਮੈਂ ਇਹ 0.50 ਲੈ ਰਿਹਾ, ਉਹ ਜਿਹੜੀ ਟੈਬਲੇਟ ਹੈ। ਤੇ ਕੀ ਇਹ ਕਹਿੰਦੇ ਨੇ ਕਿ ਵੀ ਜੇ ਮੈਂ ਜਿਹੜੀਆਂ ਹਰਬਲ ਜਾਂ ਦੇਸੀ ਮੈਡੀਸਨ ਨੇ ਯੂਜ਼ ਕਰਾਂ, ਮੈਂ ਠੀਕ ਹੋ ਸਕਦਾ? ਬਿਲਕੁਲ ਜੀ। ਇਹ ਜਿਹੜਾ ਫਾਰਮੂਲਾ ਦੱਸਿਆ, ਹਾਂ, ਫਾਰਮੂਲਾ ਨਾਲ ਇਹਦੇ ਵਾਸਤੇ ਤੁਸੀਂ ਕਿਸੇ ਡਾਕਟਰ ਕੋਲ ਤੇ ਜਾਣਾ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਇਹ ਫਾਰਮੂਲਾ ਯੂਜ਼ ਕਰਨ, ਔਰ ਕਫਾ ਬੈਲੈਂਸਿੰਗ ਡਾਈਟ, ਔਰ ਥੋੜੇ ਜਿਹੇ ਜਿਹੜੇ ਯੋਗ ਔਰ ਪ੍ਰਾਣਾਯਾਮ ਦੇ ਜਿਹੜੇ ਮੈਥਡ ਨੇ, ਬਰੀਦਿੰਗ ਐਕਸਰਸਾਈਜ਼, ਇਹ ਕਰਨ ਤਾਂ ਡੈਫੀਨੇਟ ਠੀਕ ਹੋ ਜਾਂਦਾ ਜੀ। ਅੱਛਾ, ਅੱਗੇ ਇੱਕ ਹੋਰ ਮੈਸੇਜ ਹੈ ਕਿ ਇਹ ਸਿੰਥਰੋਇਡ 50 mg ਲੈ ਰਹੇ ਨੇ ਜੀ ਪਿਛਲੇ 6 ਸਾਲ ਤੋਂ। ਜੀ। ਤੇ ਇਹ ਕਹਿੰਦੇ ਵੀ ਹਰ 6 ਮਹੀਨੇ ਬਾਅਦ ਚੈੱਕ ਕਰਦੇ ਨੇ, ਤੇ ਡਾਕਟਰ ਕਹਿੰਦਾ ਠੀਕ ਹੈ। ਠੀਕ ਮੀਨਸ ਕਿ ਵੀ ਉਹਨਾਂ ਦੀ ਸਿੰਥਰੋਇਡ ਵਰਕ ਕੰਮ ਕਰ ਰਹੀ ਹੈ। ਹਾਂਜੀ, TSH ਚੱਲ ਰਹੀ, ਤੇ ਪਰ ਉਹ ਬੰਦ ਨਹੀਂ ਕਰਵਾ ਰਹੇ ਕਹਿੰਦੇ। ਇਹਦੇ 'ਚ ਨਾ ਜੀ, ਉਹ ਫਿਲਹਾਲ ਤਾਂ ਲਈ ਜਾਣ, ਇਹ ਵੀ ਬੜਾ ਜ਼ਰੂਰੀ ਹੈ, ਕਿਉਂਕਿ TSH ਜਿਹੜਾ ਤੁਹਾਡਾ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਹੈ, ਇਹ ਰੇਂਜ ਦੇ ਵਿੱਚ ਰਹਿਣਾ ਚਾਹੀਦਾ ਹੈ, ਬੜਾ ਇੰਪੋਰਟੈਂਟ ਹੈ। ਕਿਉਂਕਿ ਜੇ ਇਹਨੂੰ ਰੇਂਜ ਨਹੀਂ ਰੱਖਾਂਗੇ ਤਾਂ ਅੱਗੇ ਚੱਲ ਕੇ ਹੋਰ ਬੜੀ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ। ਲੇਕਿਨ ਮੈਂ ਇੱਕ ਜਿਹੜਾ ਤਜਰਬਾ ਕੀਤਾ, ਔਰ ਜਿੰਨੇ ਆਪਣੇ ਲਿਸਨਰ ਸੁਣ ਰਹੇ ਹੋਣਗੇ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰਨਗੇ, ਕਿ ਥਾਇਰਾਇਡ ਦੀ ਗੋਲੀ ਲੈ ਕੇ ਵੀ ਜਿੰਨੇ ਮੈਂ ਸਿੰਪਟਮ ਦੱਸੇ ਨੇ, ਸਿੰਪਟਮਸ 'ਚ ਕਮੀ ਨਹੀਂ ਆਉਂਦੀ ਬਹੁਤ ਸਾਰੇ ਪੇਸ਼ੈਂਟਸ ਨੂੰ। ਉਹ ਕਹਿੰਦੇ ਸਾਡੀ ਥਕਾਵਟ ਤਾਂ ਹਟੀ ਨਹੀਂ, ਸਾਡੇ ਜਿਹੜਾ ਜੋੜਾਂ 'ਚ ਦਰਦ, ਮਸਲ ਪੇਨ ਸੀ, ਜੋ ਵੀ ਪ੍ਰੋਬਲਮ ਸੀ, ਉਹ ਹਟਿਆ ਨਹੀਂ, ਗੋਲੀ ਲਈ ਜਾ ਰਹੇ ਆ, ਟੈਸਟ ਠੀਕ ਆ ਰਿਹਾ। ਅੱਛਾ, ਹਾਂਜੀ। ਸੋ ਉਹ ਇਨ ਅਦਰ ਵਰਡਸ, ਉਹ ਟੈਸਟ ਆ ਜਿਹੜਾ ਠੀਕ ਆ ਰਿਹਾ ਹੈ, ਉਹ ਫਰਦਰ ਪ੍ਰੋਬਲਮ ਨਹੀਂ ਹੋਣ ਦੇਗਾ। ਲੇਕਿਨ ਜਿਹੜੀ ਬਿਮਾਰੀ ਹੋਈ ਹੈ, ਉਹਦਾ ਤਾਂ ਇਲਾਜ ਕਰਨਾ ਪਏਗਾ। ਇਹ ਸਾਡੇ ਜਿਹੜੇ ਟੈਸਟਿੰਗ ਸਿਸਟਮ ਨੇ, ਇਹਨਾਂ ਦੀਆਂ ਵੀ ਕੁਝ ਲਿਮਿਟੇਸ਼ਨ ਹੋਣਗੀਆਂ, ਜਿਹੜੀਆਂ ਹੋ ਸਕਦਾ ਅਸੀਂ 20 ਸਾਲ ਨੂੰ ਜਾ ਕੇ ਡਿਸਕਵਰ ਕਰੀਏ। ਬਿਲਕੁਲ ਜੀ। ਤੇ ਜਿਹੜੀ ਫੇਸ਼ੀਅਲ ਪਿਗਮੈਂਟੇਸ਼ਨ, ਨਹੀਂ, ਇਹ ਤਾਂ ਫਿਰ ਡਿਫਰੈਂਟ ਹੋ ਗਿਆ ਟੌਪਿਕ, ਹੈ ਨਾ, ਇਹਦੇ ਬਾਰੇ ਅਸੀਂ ਗੱਲ ਨਹੀਂ ਕਰਾਂਗੇ ਜੀ। ਸ਼ੈਂਕੀ, ਡਾਇਬੀਟੀਜ਼ ਵਾਲੀ ਗੱਲ ਵੀ ਅਸੀਂ ਨਹੀਂ ਅੱਜ ਕਰ ਸਕਦੇ ਜੀ, ਕਿਉਂਕਿ ਟਾਈਮ ਅੱਜ ਇਹ 'ਤੇ ਨਹੀਂ ਹੈ। ਤੇ ਮਹਿਕ ਕਹਿੰਦੇ ਨੇ ਐਪੀਲੈਪਸੀ ਦਾ ਟਰੀਟਮੈਂਟ ਹੈਗਾ ਪੱਕਾ ਕਿਤੇ? ਐਪੀਲੈਪਸੀ ਦਾ ਵੈਸੇ ਮਤਲਬ ਉਂਝ ਜਿਹੜੇ ਆਪਣੇ ਪੁਰਾਣੇ ਸਿਸਟਮ ਨੇ ਉਹਨਾਂ 'ਚ ਇਲਾਜ ਹੈਗਾ? ਐਪੀਲੈਪਸੀ ਦੀਆਂ ਅਸੀਂ ਵੈਸੇ ਤਾਂ ਇਹਦੀ ਨਾ ਅੱਜ ਕੱਲ੍ਹ ਐਲੋਪੈਥਿਕ ਜਿਹੜੀ ਦਵਾਈਆਂ ਨੇ ਉਹ ਕਾਫੀ ਕਾਰਗਰ ਨੇ। ਇਹਦੇ ਵਿੱਚ ਕੁਝ ਚੀਜ਼ਾਂ ਅਸੀਂ ਐਜ਼ ਐਡਜੂਵੈਂਟ ਥੈਰੇਪੀਸ ਹਾਈ ਕਾਸਟ ਦੇ ਤੌਰ 'ਤੇ ਅਸੀਂ ਬ੍ਰਹਮੀ ਦਾ ਇਸਤੇਮਾਲ ਕਰਵਾਉਂਦੇ ਹਾਂ। ਬ੍ਰਹਮੀ ਜਿਹੜੀ ਮਾਰਕੀਟ 'ਚ ਵੀ ਮਿਲ ਸਕਦੀ ਹੈ। ਉਹਦੇ ਦੋ ਬੈਨੀਫਿਟ ਹੁੰਦੇ ਨੇ ਉਹਦੇ ਨਾਲ। ਇੱਕ ਤਾਂ ਜਿਹੜੀ ਐਪੀਲੈਪਸੀ ਦੀ ਦਵਾਈਆਂ ਦਾ ਸਾਈਡ ਇਫੈਕਟਸ ਹੁੰਦਾ ਹੈ ਕਿ ਸਾਈਡ ਇਫੈਕਟਸ ਆਉਂਦੇ ਨੇ ਕਿ ਉਹਦੇ ਨਾਲ ਮੈਮਰੀ ਲਾਸ ਹੋ ਜਾਂਦਾ ਦਵਾਈਆਂ ਨਾਲ, ਲੇਕਿਨ ਬ੍ਰਹਮੀ ਉਹਨੂੰ ਕਾਊਂਟਰ ਕਰਦੀ ਹੈ। ਅੱਛਾ, ਜਾਂਦੇ ਅਜੇ ਕਿਉਂਕਿ ਕਈ ਦੋਸਤ ਡਰਾਈਵ ਕਰ ਰਹੇ ਹੁੰਦੇ ਨੇ, ਉਹਨਾਂ ਨੇ ਲਿਖਿਆ ਨਹੀਂ ਹੁੰਦਾ,
ਤੇ ਪੁੱਛ ਰਹੇ ਨੇ ਜੀ ਕਾਲੀ ਮਿਰਚ, ਮਗਾਂ ਅਤੇ ਤੀਜਾ ਕੀ ਸੀ? ਸੁੰਡ ਅਸੀਂ ਡਰਾਈਡ ਜਿੰਜਰ ਜਿਹੜਾ ਹੈ। ਹਾਂਜੀ, ਹੁਣ ਤਾਂ ਮੇਰੇ ਖਿਆਲ ਕਾਫੀ ਜ਼ਿਆਦਾ ਹੋ ਗਿਆ। ਤੇ ਲੈਣਾ ਜੀ ਇਹ ਕਹਿੰਦੇ ਖਾਲੀ ਪਾਣੀ ਨਾਲ ਨਹੀਂ, ਖਾਣਾ ਖਾ ਕੇ ਲੈਣਾ। ਖਾਣਾ ਖਾਣ ਤੋਂ ਬਾਅਦ, ਹਾਂਜੀ, ਖਾਣਾ ਖਾਣ ਤੋਂ ਬਾਅਦ 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ। ਔਰ ਕਈ ਵਾਰ ਕੁਝ ਪੇਸ਼ੈਂਟਸ ਕਹਿੰਦੇ ਨਹੀਂ ਸਾਡੇ ਗਲੇ ਨੂੰ ਲੱਗਦਾ ਹੈ ਜਦੋਂ ਪਾਊਡਰ ਅਸੀਂ ਲੈਂਦੇ ਹਾਂ, ਉਹ ਪਾਣੀ 'ਚ ਘੋਲ ਕੇ ਵੀ ਲੈ ਸਕਦੇ ਨੇ। ਓਕੇ, ਤੁਸੀਂ ਅੱਧਾ ਗਲਾਸ ਪਾਣੀ ਦਾ ਲਓ, ਉਹਦੇ 'ਚ 1 ਚਮਚ ਘੋਲ ਲਓ, ਉਹਨੂੰ ਪੀ ਲਓ। ਉਹ ਤੋਂ ਬਾਅਦ ਥੋੜ੍ਹਾ ਪਾਣੀ ਹੋਰ ਪੀ ਸਕਦੇ। ਬਹੁਤ ਸ਼ੁਕਰੀਆ ਜੀ। ਮੈਸੇਜਸ ਤੇ ਅਜੇ ਆਈ ਜਾ ਰਹੇ ਨੇ ਕਿਉਂਕਿ ਅੱਛਾ ਕੁਛ ਹੁਣ ਹੋਰ ਇਸ਼ੂ ਦੀਆਂ ਆ ਰਹੇ ਨੇ। ਇਹ ਹੁਣ ਮੈਂ ਮਾफ़ੀ ਚਾਹਾਂਗਾ। ਮੈਨੂੰ ਪਤਾ ਹੈ ਕਿ ਜਦੋਂ ਵਰਮਾ ਜੀ ਸਾਡੇ ਕੋਲ ਹੁੰਦੇ ਤੇ ਤੁਹਾਨੂੰ ਹੁੰਦੀ ਹੈ ਕਿਉਰਿਓਸਿਟੀ ਕਿ ਅਸੀਂ ਹੋਰ ਵੱਧ ਤੋਂ ਵੱਧ ਇਸ਼ੂ ਬਾਰੇ ਪੁੱਛ ਲਈਏ ਇਹਨਾਂ ਤੋਂ, ਪਰ ਟਾਈਮ ਦੀ ਵੀ ਬੰਦਿਸ਼ ਹੈ ਤੇ ਔਰ ਇੱਕ ਟੌਪਿਕ 'ਤੇ ਵੀ ਅਸੀਂ ਫੋਕਸ ਕਰਨਾ ਹੁੰਦਾ। ਇਸ ਕਰਕੇ ਅੱਜ ਵਾਸਤੇ ਉਹਨਾਂ ਨੂੰ ਇਸ ਚੀਜ਼ ਤੋਂ ਸਾਨੂੰ ਮਾफ़ੀ ਦਿਓ, ਪਰ ਦੁਬਾਰਾ ਫਿਰ ਕਿਸੇ ਦਿਨ ਇਹਨਾਂ ਨੂੰ ਬੁਲਾਵਾਂਗੇ ਤੇ ਜਿਹੜੇ ਤੁਹਾਡੇ ਬਾਕੀ ਸਵਾਲ ਨੇ ਇਹਨਾਂ ਨੂੰ ਵੀ ਅਸੀਂ ਜ਼ਰੂਰ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ। ਤੇ ਵਰਮਾ ਜੀ, ਉਮੀਦ ਹੈ ਕਿ ਜਿਹੜੀ ਅੱਜ ਦੀ ਗੱਲਬਾਤ ਹੈ ਇਹ ਹੈਲਪਫੁਲ ਹੋਏਗੀ। ਬਹੁਤ ਸਾਰੇ ਦੋਸਤ ਜਿਹੜੇ ਇਸ ਤਰ੍ਹਾਂ ਦੇ ਇਸ਼ੂਜ਼ ਨਾਲ ਡੀਲ ਕਰ ਰਹੇ ਨੇ, ਉਹਨਾਂ ਨੂੰ ਕੁਛ ਨਾ ਕੁਛ ਰਾਹਤ ਮਿਲੇਗੀ। ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ।